ਧੰਨ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ। ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਬੇਦੀ ਸਾਹਿਬਜ਼ਾਦੇ ਭਵ ਸਾਗਰ ਤਰਾ ਦੇ। ਮੇਰਾ ਬੇੜਾ ਬੰਨੇ ਲਾ ਦੇ ਗੁਰੂ ਨਾਨਕ ਦੇ ਨੰਦਨਾ। ਜਿਹੜੇ ਹੋਏ ਤੇਰੇ ਦਾਸ ਹੋ ਕੇ ਜਗ ਤੋਂ ਉਦਾਸ। ਕਟੋ ਜਮਾ ਵਾਲੀ ਫਾਸ ਮੁਖੋਂ ਬੋਲਦੇ ਮੁਕੰਦਨਾ। ਜਟਾ ਜੂਟ ਨਿਰਵਾਣ ਇੱਥੇ ਉਥੇ ਪਰਵਾਣ। ਤੁਸੀਂ ਮੇਰੇ ਹੋ ਪੁਰਾਣ ਭਗਵਾਨ ਸ਼੍ਰੀ ਚੰਦਨਾ। ਕਵੀ ਰਾਮ ਦਰਵੇਸ਼ ਯਾਦ ਕਰਦਾ ਹਮੇਸ਼। ਕਟੋ ਜਮਾ ਦੇ ਕਲੇਸ਼ ਕਰੂੰ ਬਾਰ ਬਾਰ ਬੰਦਨਾ। ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਮੁੱਖ ਰੱਖਦਿਆਂ ਆਪ ਸੰਗਤ ਹਾਜ਼ਰੀਆਂ ਭਰ ਰਹੇ ਹੋ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੀਏ। ਬੜੀ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾਈਏ। ਤੇ ਮੇਰੀ ਬੇਨਤੀ ਹੈ ਇਤਨੀ ਕਿ ਭਾਵਨਾ ਦੇ ਨਾਲ ਗੁਰੂ ਦਰਬਾਰ ਵਿੱਚ ਸਜੀਏ ਕਿ ਸੱਚਮੁੱਚ ਸਾਡੀ ਅੰਤਰ ਆਤਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਹਿਸੂਸ ਕਰ ਸਕੇ। ਜਿੱਥੇ ਗੁਰੂ ਕੀ ਸੰਗਤ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਬਾਬੇ ਕੇ ਸਜੇ ਹੋਣ, ਉੱਥੋਂ ਫਿਰ ਬਾਬਾ ਨਾਨਕ ਵੱਖ ਨਹੀਂ ਹੁੰਦਾ। ਸੋ ਦੋਨੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਾਕ ਬੋਲ ਨੇ। ਸ਼੍ਰੀ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸੁਭ ਵੰਸ ਪ੍ਰਧਾਨਾ। ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤ ਉਰਜਾਨਾ। ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਖੁਦ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਸੰਸਾਰ ਦੇ ਤਖਤੇ ਤੇ ਪ੍ਰਕਾਸ਼ ਧਾਰਿਆ। ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੇ ਜਹ ਤਹ ਭਏ ਸਹਾਏ। ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ ਖਾਲਸਾ ਜੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਪਰਮਾਤਮਾ ਦੇ ਆਉਣ ਦੇ ਕਾਰਨ ਕੀ ਨੇ? ਸਭ ਤੋਂ ਜ਼ਰੂਰੀ ਹੈ ਕਿ ਉਹ ਕਾਰਨਾਂ ਬਾਰੇ ਜਾਣਿਆ ਜਾਵੇ ਕਿ ਖੁਦ ਪਰਮਾਤਮਾ ਨੂੰ ਸੰਸਾਰ ਦੇ ਤਖਤੇ ਤੇ ਆਉਣਾ ਕਿਉਂ ਪਿਆ। ਸਤਿਗੁਰੂ ਕਹਿੰਦੇ ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤ ਉਰਜਾਨਾ। ਪਹਿਲਾਂ ਜਿਤਨੇ ਵੀ ਆਏ ਆਪੋ ਆਪਣੀ ਮਤ ਵਿੱਚ ਉਲਝ ਗਏ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਿਅਤ ਪ੍ਰਾਨ ਪਤੀ ਕੇ। ਇਸ ਕਰਕੇ ਸੰਸਾਰ ਦੇ ਤਖਤੇ ਤੇ ਅੱਜ ਪ੍ਰਮਾਤਮਾ ਨੂੰ ਆਉਣਾ ਪਿਆ। ਸਤਿਗੁਰੂ ਕਹਿੰਦੇ ਜ਼ੁਲਮਾਂ ਦੀ ਕਾਲੀ ਰਾਤ ਸੀ, ਅੰਧੇਰਾ ਸੀ ਪਿਆ। ਇੱਕ ਵਿਦਵਾਨ ਦੇ ਬੋਲ ਨੇ, ਕਹਿੰਦਾ ਜ਼ੁਲਮਾਂ ਦੀ ਕਾਲੀ ਰਾਤ ਸੀ, ਅੰਧੇਰਾ ਸੀ ਪਿਆ।
ਸੱਚ ਦਾ ਚੰਦਰਮਾ ਨਾ ਸੀ ਦਿਸਦਾ, ਮੂਲੋਂ ਹੀ ਛਿਪ ਗਿਆ। ਧਨ ਰੂਪ ਸੀ ਬਣੇ ਵੈਰੀ, ਆਲਮ ਸੀ ਲੁੱਟ ਰਿਹਾ। ਖਲਕਤ ਨੇ ਹੋ ਕੇ ਦੀਨ, ਦਰ ਦਾਤੇ ਦੇ ਝੁਕ ਕਿਹਾ। ਔਖੀ ਬਣੀ ਹੈ ਦੁਨੀਆ ਦੀ, ਹੁਣ ਕੌਣ ਜਗ ਦਾ ਸਹਾਰਾ ਹੈ। ਗੈਬੋਂ ਆਵਾਜ਼ ਆਈ, ਇੱਕ ਨਾਨਕ ਪਿਆਰਾ ਹੈ। ਗੈਬੋਂ ਤੋਂ ਭਾਵ ਦਰਗਾਹ ਤੋਂ ਆਵਾਜ਼ ਆਈ। ਫਿਰ ਗੈਬੋਂ ਆਵਾਜ਼ ਆਈ, ਇੱਕ ਨਾਨਕ ਪਿਆਰਾ ਹੈ। ਮੰਦਰ ਦੇ ਅੰਦਰ ਕੋਤਕ ਹੋਰ ਹੀ ਸੀ ਹੋ ਰਿਹਾ। ਪੰਡਤ ਜੀ ਜਾਤ ਵਰਨ ਦੀ ਚੱਕੀ ਸੀ ਢੋ ਰਿਹਾ। ਦੇਹਰੇ ਤੋਂ ਰੱਬ ਦਾ ਆਸ਼ਿਕ ਜਦ ਧੱਕੇ ਸੀ ਖਾ ਰਿਹਾ। ਲੋਕਾਈ ਜਦੋਂ ਦੇਹਰੇ ਦੇ ਬਾਹਰ ਆ ਕੇ ਵਾਪਸ ਸੀ ਜਾ ਰਹੀ, ਉਸ ਵਕਤ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇਹ ਫੈਸਲਾ ਲਿਆ, ਸੰਸਾਰ ਦੇ ਤਖਤੇ ਤੇ ਪ੍ਰਗਟ ਹੋਏ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਆਮਦ ਦੇ ਨਾਲ ਸੰਸਾਰ ਦੇ ਵਿੱਚ ਇੱਕ ਇਬਾਦਤ ਦੀ ਕ੍ਰਾਂਤੀ ਆਈ, ਬੰਦਗੀ ਦੀ ਕ੍ਰਾਂਤੀ ਆਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਰਮ ਦਾ, ਜਾਤ ਵਰਣ ਦਾ ਖੰਡਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦ ਕਰਨ ਦੀ ਸੋਝੀ, ਦੀਦਾਰੇ ਕਰਨ ਦੀ ਸੋਝੀ ਬਖਸ਼ੀ। ਔਰ ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਵਡਿਆਈ ਬਖਸ਼ਿਸ਼ ਦੇ ਮਾਲਕ ਨੇ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਨਾ, ਭਾਵਨਾ ਨਾਲ ਦਰਸ਼ਨ ਕਰਿਓ। ਜਿਹੜਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਭਾਵਨਾ ਨਾਲ ਦਰਸ਼ਨ ਕਰੇਗਾ, ਗੁਰੂ ਨਾਨਕ ਦੇ ਦਰਸ਼ਨ ਜ਼ਰੂਰ ਹੋਣਗੇ। ਤੇ ਸੱਚ ਹੈ, ਜਿਹੜਾ ਗੁਰੂ ਨਾਨਕ ਦੇ ਦਰਸ਼ਨ ਕਰ ਲਵੇ ਉਹਨੂੰ ਫਿਰ ਦਰ ਦਰ ਭਟਕਣਾ ਨਹੀਂ ਪੈਂਦਾ, ਕਿਉਂਕਿ ਬਾਬੇ ਦੇ ਚਿਹਰੇ ਤੇ ਪ੍ਰਤਾਪ ਹੀ ਇੰਨਾ ਹੈ। ਜਿਹੜਾ ਇੱਕ ਵਾਰ ਬਾਬੇ ਦਾ ਚਿਹਰਾ ਤੱਕ ਲਵੇ, ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ। ਗੁਰੂ ਗ੍ਰੰਥ ਸਾਹਿਬ ਦੇ ਵੀ ਦੀਦਾਰੇ ਕੋਈ ਭਾਵਨਾ ਨਾਲ ਕਰੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਵੀ ਜਨਮਾਂ ਜਨਮਾਂ ਦੇ ਦੁੱਖ ਕੱਟਦੇ ਨੇ। ਇੱਕ ਕਵੀ ਹੋਏ ਨੇ ਹੰਸ ਜੀ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤੇ ਐਸੇ ਦਿਆਲਤਾ ਦੇ ਮਾਲਕ ਨੇ। ਅਤ ਦੀਨਨ ਕੀ ਦੁਰਦੇਖ ਦਸ਼ਾ, ਕਲ ਕ੍ਰਿਤ ਕਰੀ ਸੋ ਅਚਾਨਕ ਕੀ। ਸ਼ੁਭ ਬਾਣੀ ਰਚੀ ਮੁਖਾਰ ਬਿੰਦ ਸੇ, ਸੋ ਅਮੋਗ ਅਕਥ ਨਾ ਜਾਨਕ ਕੀ। ਕਵੀ ਹੰਸ ਆਹਾਰ ਮ੍ਰਿਗਾਰ ਕਹੈ, ਬਲਿਹਾਰ ਜੋ ਮੂਰਤ ਨਾਨਕ ਕੀ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰ ਤੇ ਕੋਈ ਦੁਖੀ ਆ ਜਾਵੇ, ਫਰਿਆਦ ਲੈ ਕੇ, ਅਰਦਾਸ ਲੈ ਕੇ, ਬੇਨਤੀ ਲੈ ਕੇ, ਕਹਿੰਦੇ ਬਾਬੇ ਦੀ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਹ ਤਾਕਤ ਹੈ। ਜਿਹੜਾ ਭਾਵਨਾ ਦੇ ਨਾਲ ਬਾਬੇ ਦੇ ਦਰਬਾਰ 'ਚ ਬਾਬੇ ਦੀ ਬਾਣੀ ਸੁਣ ਲਵੇ, ਜਪਜੀ ਸਾਹਿਬ ਦਾ ਪਾਠ ਕਰ ਲਵੇ, ਕਹਿੰਦੇ ਫਿਰ ਉਹਦੇ ਦੁੱਖ ਕੱਟੇ ਜਾਂਦੇ ਨੇ, ਉਹਦੀ ਝੋਲੀ ਖਾਲੀ ਨਹੀਂ ਜਾਂਦੀ। ਉਹ ਕਹਿੰਦਾ ਕਵੀ ਹੰਸ ਆਹਾਰ ਮ੍ਰਿਗਾਰ ਕਹੈ, ਬਲਿਹਾਰ ਜੋ ਮੂਰਤ ਨਾਨਕ ਕੀ। ਮੈਂ ਐਸੇ ਖੁਦਾ ਗੁਰੂ ਨਾਨਕ ਦੀ ਚਿਹਰੇ ਦੀ ਵਡਿਆਈ ਤੋਂ, ਪ੍ਰਤਾਪ ਤੋਂ ਬਲਿਹਾਰੇ ਜਾਣਾ। ਖਾਲਸਾ ਜੀ, ਭਾਈ ਮਰਦਾਨਾ ਜੀ ਦਾ ਬਚਨ ਸਿੰਘ ਸਾਹਿਬ ਸੁਣਾ ਕੇ ਗਏ। ਵੇਖੋ ਭਾਈ ਮਰਦਾਨਾ ਜੀ ਦੀ ਭਾਵਨਾ ਬੜੀ ਬਾ ਕਮਾਲ ਹੈ। ਆਪਾਂ ਕਹਿੰਦੇ ਭਾਈ ਮਰਦਾਨਾ ਜੀ ਬਾਬੇ ਕੇ ਰਬਾਬੀ ਨੇ, ਗੁਰੂ ਨਾਨਕ ਦੇ ਰਬਾਬੀ ਨੇ। ਭਾਈ ਮਰਦਾਨਾ ਜੀ ਨੂੰ ਇੱਕ ਦਿਨ ਇੱਕ ਸੱਜਣ ਕਹਿੰਦਾ ਹੈ, ਭਾਈ ਸਾਹਿਬ ਤੁਸੀਂ ਗੁਰੂ ਨਾਨਕ ਦੇ ਰਬਾਬੀ ਹੋ, ਰਬਾਬ ਬੜੀ ਸੋਹਣੀ ਵਜਾਉਂਦੇ ਹੋ। ਤੇ ਭਾਈ ਮਰਦਾਨਾ ਜੀ ਦੇ ਅੱਖਾਂ ਦੇ ਵਿੱਚ ਨੀਰ ਆ ਗਿਆ। ਹੱਥ ਜੋੜ ਕੇ ਕਹਿਣ ਲੱਗੇ, ਮੈਂ ਰਬਾਬੀ ਨਹੀਂ। ਰਬਾਬੀ ਉਹ ਹੁੰਦਾ ਜਿਹੜਾ ਰਬਾਬ ਵਜਾਉਂਦਾ ਹੋਵੇ। ਕਹਿੰਦੇ ਮੈਂ ਰਬਾਬੀ ਨਹੀਂ, ਮੈਂ ਤੇ ਜਿੱਦਣ ਬਾਬੇ ਨੂੰ ਪਹਿਲੀ ਵਾਰ ਵੇਖਿਆ ਸੀ, ਮੈਂ ਖੁਦ ਹੀ ਬਾਬੇ ਦੀ ਰਬਾਬ ਬਣ ਗਿਆ ਸਾਂ। ਹੁਣ ਮਰਦਾਨਾ ਰਬਾਬ ਨਹੀਂ ਵਜਾਉਂਦਾ, ਮਰਦਾਨੇ ਦੇ ਤੇ ਹੱਥ ਹਿਲਦੇ ਨੇ, ਵਜਾਉਣ ਵਾਲਾ ਬਾਬਾ ਨਾਨਕ ਆਪ ਹੀ ਹੈ। ਇਹ ਪ੍ਰਤਾਪ ਹੈ, ਇਹ ਵਡਿਆਈ ਹੈ, ਇਹ ਨੂਰਾਨੀ ਚਿਹਰਾ ਹੈ ਗੁਰੂ ਨਾਨਕ ਸਾਹਿਬ ਦਾ। ਤੇਰਾ ਰੂਪ ਹੈ ਰੱਬ ਦਾ ਰੂਪ ਬਾਬਾ, ਤੇਰੀ ਨੁਹਾਰ ਦੇ ਵਿੱਚ ਇਲਾਹੀ ਪ੍ਰਤਾਪ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਰੂਪ ਕੋਈ ਮਾਮੂਲੀ ਰੂਪ ਨਹੀਂ, ਇਹ ਰੱਬ ਦਾ ਰੂਪ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤਾਪ ਤੇ ਉਹ ਪ੍ਰਤਾਪ ਹੈ, ਨੂਰਾਨੀ ਚਿਹਰਾ ਹੈ, ਜਿਹੜਾ ਆਪਣੇ ਵੱਲ ਖਿੱਚਦਾ ਹੈ, ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਖਾਲਸਾ ਜੀ, ਮੈਂ ਇੱਕ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਂਝੀ ਕਰਾਂ। ਇੱਕ ਤਾਜਦੀਨ ਹੋਇਆ, ਉਹਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਚਿਹਰਾ ਤੱਕਿਆ ਨਾ, ਫਿਰ ਉਹ ਗੁਰੂ ਨਾਨਕ ਦਾ ਹੀ ਹੋ ਕੇ ਰਹਿ ਗਿਆ। ਮੱਕੇ ਮਦੀਨੇ ਤੋਂ 1000 ਮੀਲ ਦੂਰ ਇੱਕ ਇਨੂਲਸ ਸ਼ਹਿਰ ਵਸਦਾ। ਉਹ ਤਾਜਦੀਨ ਕਹਿੰਦਾ, ਬੜੇ ਮੈਂ ਬੇਨਤੀ ਕਰਾਂ ਇਕਾਗਰਤਾ ਬਖਸ਼ੋ। ਉਹ ਤਾਜਦੀਨ ਕਹਿੰਦਾ, ਮੈਂ ਨਮਾਜ਼ ਅਦਾ ਕਰਨ ਲਈ ਜਾ ਰਿਹਾ ਸਾਂ।
ਉੱਥੇ ਬੰਜਰ ਜ਼ਮੀਨ ਸੀ। ਕਹਿੰਦਾ ਮੈਂ ਵੇਖਿਆ 2 ਫਕੀਰ ਨੇ, ਇੱਕ ਰਬਾਬੀ ਹੈ, ਰਬਾਬ ਵਜਾ ਰਿਹਾ ਹੈ, ਇੱਕ ਇਲਾਹੀ ਪ੍ਰਤਾਪ ਵਾਲਾ ਫਕੀਰ ਹੈ, ਰੱਬੀ ਸਰੂਰ ਦੇ ਵਿੱਚ ਸਰੂਰਿਆ, ਰੱਬੀ ਰੰਗ ਵਿੱਚ ਸਰੂਰਿਆ, ਚਿਹਰੇ ਤੇ ਚਮਕ ਹੈ, ਪ੍ਰਤਾਪ ਹੈ, ਤੇਜ ਹੈ। ਕਹਿੰਦਾ ਮੈਂ ਨਮਾਜ਼ ਅਦਾ ਕਰਨੀ ਸੀ, ਨਮਾਜ਼ ਦਾ ਸਮਾਂ ਹੋਣ ਵਾਲਾ ਸੀ। ਕਹਿੰਦਾ ਮੈਂ ਉਹਨਾਂ ਫਕੀਰਾਂ ਵੱਲ ਤੱਕਿਆ ਤੇ ਮੈਂ ਵੇਖਦਾ ਹੀ ਰਹਿ ਗਿਆ, ਮੇਰਾ ਦਿਲ ਹੀ ਨਹੀਂ ਕੀਤਾ ਮੈਂ ਕਦਮ ਅਗਾਂਹ ਨੂੰ ਰੱਖਾਂ। ਬਸ ਇਹ ਭਾਵਨਾ ਸਾਡੀ ਵੀ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੇਖੀਏ ਨਾ, ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਲਈਏ, ਹੋਰ ਕੁਝ ਵੇਖਣ ਦੀ ਚਾਹਤ ਹੀ ਨਾ ਹੋਵੇ, ਕੇਵਲ ਤੇ ਕੇਵਲ ਅੱਖਾਂ ਗੁਰੂ ਗ੍ਰੰਥ ਸਾਹਿਬ ਤੇ ਟਿਕੀਆਂ ਹੋਣ। ਤਾਜਦੀਨ ਕਹਿੰਦਾ ਮੈਂ ਬਾਬੇ ਨੂੰ ਵੇਖਿਆ, ਮੇਰੇ 'ਚ ਹਿੰਮਤ ਹੀ ਨਹੀਂ ਹੋਈ ਮੈਂ ਕਦਮ ਅਗਾਂਹ ਰੱਖਾਂ। ਕਹਿੰਦਾ ਮੈਂ ਬਾਬੇ ਕੋਲ ਬਹਿ ਗਿਆ। ਗੁਰੂ ਨਾਨਕ ਸਾਹਿਬ ਦੀ ਗੱਲ ਕਰਦਾ, ਕਹਿੰਦੇ ਬਾਬੇ ਦੇ ਬੋਲਾਂ 'ਚ ਮਿਠਾਸ ਸੀ, ਬਾਬੇ ਦੇ ਨੇਤਰਾਂ ਦੇ ਵਿੱਚ ਉਹ ਤਾਕਤ ਸੀ, ਸੱਚਮੁੱਚ ਜਿਹੜੀ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦੀ ਹੈ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਰਿਹਾ ਸਾਂ, ਇਤਨੇ ਨੂੰ ਮੈਨੂੰ ਫਿਰ ਤੋਂ ਅੰਦਰ ਫੁਰਨਾ ਆਇਆ ਕਿ ਨਮਾਜ਼ ਅਦਾ ਕਰਨ ਦਾ ਸਮਾਂ ਹੋ ਰਿਹਾ, ਕਿਉਂ ਨਾ ਚੱਲਾਂ। ਉਜੂ ਗੁਜ਼ਾਰਨੀ ਹੈ, ਉਜੂ ਤੋਂ ਭਾਵ 5 ਇਸ਼ਨਾਨਾ, ਉੱਠ ਫਰੀਦਾ ਉਜੂ ਸਾਜ ਸੁਬੇ ਨਵਾਜ਼ ਗੁਜ਼ਾਰ। ਨਮਾਜ਼ ਅਦਾ ਕਰਨ ਤੋਂ ਪਹਿਲਾਂ ਉਜੂ ਗੁਜ਼ਾਰ ਦੇ 5 ਇਸ਼ਨਾਨਾ ਕਰਦੇ ਨੇ। ਕਹਿੰਦੇ ਮੈਂ ਉੱਠਣ ਲੱਗਾ ਤੇ ਗੁਰੂ ਨਾਨਕ ਸਾਹਿਬ ਦਾ ਉਹ ਬਚਨ ਸੁਣ ਕੇ ਮੈਂ ਹੈਰਾਨ ਰਹਿ ਗਿਆ। ਕਹਿੰਦਾ ਫਕੀਰ ਮੈਂ ਵੀ ਬੜੇ ਵੇਖੇ, ਆ ਪਹਿਲਾ ਫਕੀਰ ਬਾਬਾ ਨਾਨਕ ਵੇਖਿਆ, ਜਿਸ ਦੇਸ਼ ਵਿੱਚ ਜਾਂਦਾ ਹੈ ਉਸ ਦੇਸ਼ ਦੇ ਲੋਕਾਂ ਨੂੰ ਉਸੇ ਦੇਸ਼ ਦੀ ਬੋਲੀ ਦੇ ਵਿੱਚ ਬੋਲ ਕੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ। ਕਹਿੰਦਾ ਮੈਂ ਉੱਠਣ ਲੱਗਾ ਤੇ ਗੁਰੂ ਨਾਨਕ ਸਾਹਿਬ ਮਿਸਰ ਭਾਸ਼ਾ ਦੇ ਵਿੱਚ ਹੀ ਬੋਲਦੇ, ਕਹਿੰਦੇ ਕੁਣਾ ਬੈਠ ਜਾ, ਕਿੱਥੇ ਜਾ ਰਹੇ ਹੈ। ਕਹਿੰਦਾ ਮੈਂ ਬੈਠ ਗਿਆ। ਮੈਂ ਫਿਰ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਰਿਹਾ ਸਾਂ, ਮੇਰੀ ਸੁਰਤ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਗਈ। ਕਹਿੰਦਾ ਇਤਨੇ ਨੂੰ ਫਿਰ ਫੁਰਨਾ ਆਇਆ ਵੀ ਸਮਾਂ ਲੰਘ ਰਿਹਾ, ਚੱਲ ਮਣਾ ਉੱਠ। ਕਹਿੰਦਾ ਮੈਂ ਫਿਰ ਉੱਠਣ ਲੱਗਾ ਤੇ ਬਾਬਾ ਨਾਨਕ ਫਿਰ ਮੁਸਕਰਾ ਕੇ ਬੋਲਿਆ, ਵਲੇ ਤਾਜ ਹੂ ਕਿਨਾ, ਕਿੱਧਰ ਚੱਲਾਂ, ਤੇਰਾ ਹਜੇ ਜਾਣ ਦਾ ਸਮਾਂ ਨਹੀਂ, ਬੈਠ ਜਾ, ਖੁਦਾ ਦੀ ਸਿਫਤ ਕਰ, ਖੁਦਾ ਦੀ ਇਬਾਦਤ ਕਰ। ਕਹਿਣ ਲੱਗਾ ਮੈਂ ਹੱਥ ਜੋੜ ਕੇ ਕਿਹਾ, ਸਾਈਂ ਨਮਾਜ਼ ਅਦਾ ਕਰਨ ਦਾ ਸਮਾਂ ਹੋ ਰਿਹਾ ਹੈ, ਪਾਣੀ ਦੀ ਤਲਾਸ਼ ਵਿੱਚ ਆ, ਬੰਜਰ ਜ਼ਮੀਨ ਹੈ, ਪਾਣੀ ਨਹੀਂ ਇੱਥੇ ਨੇੜੇ ਤੇੜੇ, ਮੈਂ ਪਾਣੀ ਲੱਭ ਰਿਹਾ ਤਾਂ ਕਿ ਉਜੂ ਗੁਜ਼ਾਰ ਕੇ ਨਮਾਜ਼ ਅਦਾ ਕਰ ਸਕਾਂ। ਤੇ ਕਹਿੰਦਾ ਮੈਂ ਹੈਰਾਨ ਰਹਿ ਗਿਆ, ਐਸੀ ਭਾਵਨਾ, ਐਸਾ ਸਿਦਕ ਭਰਨ ਵਾਲਾ ਫਕੀਰ ਮੈਂ ਪਹਿਲੀ ਵਾਰ ਵੇਖਿਆ। ਕਹਿੰਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਲਾ ਤੁਕੰਨਾ ਤੂੰ ਮਾਰ ਦੋ ਮੁਤੱਲਾ, ਤੈਨੂੰ ਆਪਣੀ ਇਬਾਦਤ ਤੇ ਭਰੋਸਾ ਨਹੀਂ। ਕਹਿੰਦੇ ਤੇਰੀ ਇਬਾਦਤ ਵਿੱਚ ਸ਼ਿੱਦਤ ਹੋਣੀ ਚਾਹੀਦੀ ਹੈ, ਖੁਦਾ ਦੀ ਇਬਾਦਤ ਵਿੱਚ ਤਾਕਤ ਹੈ, ਉਹ ਬੰਜਰ ਜ਼ਮੀਨਾਂ ਦੇ ਵਿੱਚੋਂ ਦਰਿਆ ਪ੍ਰਗਟ ਕਰ ਦਿੰਦਾ। ਕਹਿੰਦਾ ਮੈਂ ਹੈਰਾਨ ਸੀ। ਸਤਿਗੁਰੂ ਕਹਿਣ ਲੱਗੇ, ਹਿਨਾ ਐਬ ਚਸ਼ਮੇ ਬੇਅਸਾਰ ਅਸਤ। ਕਹਿੰਦੇ ਇੱਕ ਵਾਰ ਖੁਦਾ ਨੂੰ ਆਵਾਜ਼ ਲਾ ਕੇ ਤਾਂ ਵੇਖ, ਉਹ ਖੁਦਾ ਇੱਥੇ ਹੀ ਪਾਣੀ ਦਾ ਚਸ਼ਮਾ ਪ੍ਰਗਟ ਕਰ ਦੇਵੇਗਾ। ਕਹਿੰਦਾ ਮੈਂ ਇਹ ਬਚਨ ਸੁਣ ਕੇ ਚਰਨਾਂ ਤੇ ਨਮਸਕਾਰ ਕੀਤੀ। ਕਹਿੰਦਾ ਮੈਨੂੰ ਨਮਾਜ਼ ਗੁਜ਼ਾਰਨੀ ਭੁੱਲ ਗਈ, ਪਰ ਕਹਿੰਦਾ ਬਾਬੇ ਨੂੰ ਚੇਤੇ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਮਰਦਾਨਿਆ ਆ ਪਕੜ ਮੇਰਾ ਆਸਾ। ਆਸਾ ਤੋਂ ਭਾਵ ਸੋਟੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਆਸਾ ਪਕੜ, ਸਾਹਮਣੇ ਜੋ ਪੱਥਰ ਪਿਆ ਹੈ ਉਸ ਪੱਥਰ ਨੂੰ ਹਿਲਾ, ਥੋੜਾ ਜਿਹਾ ਹਿਲਾ, ਪਾਣੀ ਦਾ ਚਸ਼ਮਾ ਪ੍ਰਗਟ ਹੋਏਗਾ। ਕਹਿੰਦੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਆਸਾ ਪਕੜਿਆ ਖਾਲਸਾ ਜੀ, ਔਰ ਜਾ ਕਰਕੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਪੱਥਰ ਨੂੰ ਹਿਲਾਇਆ, ਪਾਣੀ ਦਾ ਚਸ਼ਮਾ ਪ੍ਰਗਟ ਹੋਇਆ, ਪਾਣੀ ਬਾਹਰ ਆਇਆ, ਗੁਰੂ ਨਾਨਕ ਦੇ ਚਰਨਾਂ ਨੂੰ ਛੂਹਿਆ ਤੇ ਪਾਣੀ ਨੇ ਵੀ ਗੁਰੂ ਨਾਨਕ ਦੇ ਚਰਨਾਂ ਨੂੰ ਨਮਸਕਾਰ ਕੀਤੀ। ਮੈਂ ਕਈ ਵਾਰ ਸੋਚਦਾ ਇਹ ਸਾਡੇ ਬਾਬੇ ਦੀ ਅਜ਼ਮਤ ਹੈ, ਬਾਬਾ ਤੇ ਬੰਜਰ ਜ਼ਮੀਨਾਂ 'ਚੋਂ ਪਾਣੀ ਦੇ ਚਸ਼ਮੇ ਪ੍ਰਗਟ ਕਰਦਾ ਹੈ। ਤੇ ਵੇਖੋ ਜਿੱਥੇ ਪਾਣੀ ਠੰਡਾ ਹੈ ਉਸ ਜਗ੍ਹਾ ਤੇ ਜਾ ਕੇ ਸਾਡਾ ਗੁਰੂ ਨਾਨਕ ਗਰਮ ਪਾਣੀ ਦੇ ਚਸ਼ਮੇ ਵੀ ਪ੍ਰਗਟ ਕਰ ਦਿੰਦਾ, ਮਣੀਕਰਨ ਸਾਹਿਬ। ਤੇ ਜਿੱਥੇ ਪਾਣੀ ਗਰਮ ਹੈ, ਗਿਆ ਪਟਨਾ ਸਾਹਿਬ ਤੋਂ ਅੱਗੇ ਹੈ ਗਿਆ, ਉੱਥੇ ਸਾਰੇ ਪਾਣੀ ਦੇ ਚਸ਼ਮੇ ਗਰਮ ਪਾਣੀ ਦੇ ਨੇ, ਉੱਥੇ ਠੰਡਾ ਪਾਣੀ ਨਹੀਂ ਮਿਲਦਾ। ਤੇ ਉਸ ਜਗ੍ਹਾ ਦੇ ਉੱਤੇ ਕੇਵਲ ਤੇ ਕੇਵਲ ਇੱਕੋ ਥਾਂ ਠੰਡਾ ਪਾਣੀ ਮਿਲੇਗਾ ਜਿੱਥੇ ਬਾਬੇ ਨਾਨਕ ਦੇ ਚਰਨ ਪਏ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ। ਵੇਖੋ ਬਾਬਾ ਤੇ ਪਾਣੀ ਨਹੀਂ ਠਾਰਦਾ ਇਕੱਲੇ, ਬਾਬਾ ਤਪਦੇ ਹੋਏ ਹਿਰਦੇ ਵੀ ਠਾਰ ਦਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ
ਜਿਨ੍ਹਾਂ ਦੇ ਹਿਰਦੇ ਹੰਕਾਰ ਨਾਲ ਤਪਦੇ ਨੇ, ਸਤਿਗੁਰੂ ਉਹਨਾਂ ਦੇ ਹਿਰਦੇ ਵੀ ਠਾਰਦੇ। ਕਹਿੰਦਾ ਮੈਂ ਉਜੂ ਗੁਜ਼ਾਰੀ ਨਮਾਜ਼ ਅਦਾ ਕਰਨ ਲੱਗਾ, ਮੈਂ ਸੁਭਾਵਕ ਹੀ ਪੁੱਛ ਲਿਆ, ਸਾਈਂ ਜੀ ਤੁਸਾਂ ਨਮਾਜ਼ ਅਦਾ ਨਹੀਂ ਕਰਨੀ? ਤੇ ਕਹਿੰਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹੁਣ ਨਮਾਜ਼ ਅਦਾ ਕਰਾਂਗਾ ਤੇ ਮੱਕੇ ਜਾ ਕੇ ਕਰਾਂਗਾ। ਤੇ ਕਹਿੰਦਾ ਮੈਂ ਕਿਹਾ ਬਾਬਾ ਜੀ ਮੱਕਾ ਮਦੀਨਾ ਇੱਥੋਂ 1000 ਮੀਲ ਦੂਰ ਹੈ, ਕਈ ਘੰਟਿਆਂ ਦਾ ਸਫ਼ਰ ਹੈ, ਉੱਥੋਂ ਤੱਕ ਪਹੁੰਚਾਂਗੇ ਕਿਵੇਂ? ਨਮਾਜ਼ ਦਾ ਸਮਾਂ ਤੇ ਹੋਣ ਵਾਲਾ ਹੈ। ਕਹਿੰਦੇ ਬਸ ਹਜੇ ਮੈਂ ਮੂੰਹ ਚੋਂ ਬਚਨ ਹੀ ਕੱਢੇ ਸਨ, ਅਚਾਨਕ ਗੁਰੂ ਨਾਨਕ ਦੇ ਚਿਹਰੇ ਤੇ ਪ੍ਰਤਾਪ ਵਧਿਆ, ਮੇਰੀਆਂ ਅੱਖਾਂ ਮੀਚੀਆਂ ਗਈਆਂ। ਜਿਸ ਤਰ੍ਹਾਂ ਦੌਲਤਾ ਦਾਈ ਦੀਆਂ ਅੱਖਾਂ ਮੀਟੀਆਂ ਗਈਆਂ ਸੀ ਨਾ, ਬੜ ਪ੍ਰਕਾਸ਼ ਅਚਾਨਕ ਥਾਇਓ, ਧਾਏ ਦੇਖ ਸੋ ਨੈਣ ਮਿਚਾਇਓ। ਕਹਿੰਦੇ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਐਸਾ ਪ੍ਰਤਾਪ ਸੀ, ਕਹਿੰਦੇ ਲੱਖਾਂ ਸੂਰਜਾਂ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਐਂ ਨਹੀਂ ਲਿਖਿਆ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਸੱਚਮੁੱਚ ਇਹ ਸੂਰਜਾਂ ਦਾ ਵੀ ਸੂਰਜ ਹੈ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ। ਕਹਿਣ ਲੱਗਾ ਮੇਰੀਆਂ ਅੱਖਾਂ ਮੀਚੀਆਂ ਗਈਆਂ, ਸਰੀਰ ਹੌਲਾ ਪੈ ਗਿਆ। ਕਹਿੰਦਾ ਕੁਝ ਪਲਾਂ ਬਾਅਦ ਜਦੋਂ ਅੱਖਾਂ ਖੁੱਲੀਆਂ, ਸਾਹਮਣੇ ਮੱਕਾ ਮਦੀਨਾ ਸੀ, ਸਾਹਮਣੇ ਕਾਬਾ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਖੁਦਾ ਦੀ ਇਬਾਦਤ ਕੀਤੀ, ਖੁਦਾ ਦੀ ਸਿਫਤ ਕੀਤੀ। ਕਹਿੰਦਾ ਮੈਂ ਰੱਬੀ ਕੋਤਕ ਵੇਖ ਰਿਹਾ ਸਾਂ ਬਾਬੇ ਦੇ। ਕੈਸੇ ਕੋਤਕ ਨੇ ਗੁਰੂ ਨਾਨਕ ਸਾਹਿਬ ਦੇ? ਕਹਿੰਦਾ ਰੱਬ ਦੀ ਸਿਫਤ ਕਰ ਰਹੇ ਸੀ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ। ਖੁਦਾ ਦੀ ਸਿਫਤ ਕਰਦੇ ਕਰਦੇ ਗੁਰੂ ਨਾਨਕ ਸਾਹਿਬ ਲੇਟ ਗਏ, ਲੰਮੇ ਪੈ ਗਏ ਜ਼ਮੀਨ ਤੇ। ਕਾਬੇ ਵੱਲ ਗੁਰੂ ਨਾਨਕ ਦੇ ਚਰਨ ਹੋ ਗਏ। ਤੇ ਕਹਿੰਦੇ ਇੱਕ ਸੇਵਾਦਾਰ ਝਾੜੂ ਫੇਰ ਰਿਹਾ ਸੀ, ਤੇ ਜਦੋਂ ਵੇਖਿਆ ਵੀ ਇੱਕ ਫਕੀਰ ਨੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਨੇ, ਤੇ ਕਹਿੰਦੇ ਤੱਕ ਕੇ ਮਜੋਰਾ ਕਿਹਾ, ਸੁੱਤਾ ਇਹ ਕਾਫਰ ਕੌਣ ਹੈ? ਰੱਬ ਦੇ ਘਰ ਵੱਲ ਪੈਰ ਕਰਕੇ ਤੋਬਾ, ਇਹ ਕਿਹੜਾ ਸੋਣ ਹੈ? ਰੱਬ ਦੇ ਘਰ ਵੱਲ ਪੈਰ ਕਰਕੇ, ਖੁਦਾ ਦੇ ਘਰ ਵੱਲ ਪੈਰ ਕਰਕੇ ਖੁਦਾ ਦੇ ਘਰ ਦੀ ਤੋਹੀਨ ਕੀਤੀ ਹੈ। ਕਹਿੰਦੇ ਜੀ ਉੱਥੇ ਹਾਹਾਕਾਰ ਮਚ ਗਈ, ਉੱਥੇ ਰੋਲਾ ਪੈ ਗਿਆ ਵੀ ਖੁਦਾ ਦੇ ਘਰ ਦੀ ਤੋਹੀਨ ਕੀਤੀ ਗਈ। ਭੀੜ ਇਕੱਠੀ ਹੋਈ, ਉਹਨੇ ਬਹੁਤ ਬਚਨ ਉੱਥੇ ਲਿਖੇ। ਕਹਿੰਦੇ ਇੱਕ ਵਾਰ ਕ੍ਰੋਧ ਦੀ ਭਾਵਨਾ ਲੈ ਕੇ ਗੁਰੂ ਨਾਨਕ ਸਾਹਿਬ ਵੱਲ ਭੀੜ ਵੱਧ ਵੀ ਰਹੀ ਸੀ, ਕ੍ਰੋਧ ਦੀ ਭਾਵਨਾ ਨਾਲ। ਪਰ ਕਹਿੰਦੇ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਦੇ ਕੋਲ ਵੱਧਦੇ ਸੀ, ਕਦਮ ਉਹਨਾਂ ਦੇ ਹੌਲੀ ਹੋਈ ਜਾਣ। ਤੇ ਕਹਿੰਦਾ ਬਸ ਠੀਕ ਗੁਰੂ ਨਾਨਕ ਸਾਹਿਬ ਤੋਂ 100 ਕਦਮ ਪਹਿਲਾਂ ਉਹ ਰੁਕ ਗਏ, ਉਹਨਾਂ ਦੇ ਕਦਮ ਅਗਾਂਹ ਨਹੀਂ ਹੋਏ, ਅੱਗੇ ਵੱਧ ਹੀ ਨਹੀਂ ਸਕੇ। ਕਹਿੰਦੇ ਉੱਥੇ ਫਿਰ ਕਾਜੀ ਰੁਕਨਦੀਨ ਸੀ। ਕਾਜੀ ਰੁਕਨਦੀਨ ਸਮਝ ਗਿਆ ਇਹ ਕੋਈ ਮਾਮੂਲੀ ਫਕੀਰ ਨਹੀਂ, ਖੁਦਾ ਦੀਆਂ ਨਿਆਮਤਾਂ ਦਾ ਮਾਲਕ ਹੈ। ਕਹਿੰਦੇ ਫਿਰ ਕਾਜੀ ਰੁਕਨਦੀਨ ਨੇ ਸਿਜਦਾ ਕੀਤਾ ਖੁਦਾ ਨੂੰ। ਤੇ ਫਿਰ ਕਾਜੀ ਰੁਕਨਦੀਨ ਤੇ ਤਾਜਦੀਨ ਜਿਨ੍ਹਾਂ ਨੇ ਇਹ ਸਾਰੀ ਘਟਨਾ ਆਪਣੇ ਅੱਖੀਂ ਵੇਖੀ, ਕਹਿੰਦੇ ਕਾਜੀ ਰੁਕਨਦੀਨ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਆਇਆ। ਭਾਵੇਂ ਇਹ ਪ੍ਰਸੰਗ ਵੀ ਆਉਂਦਾ ਹੈ ਕਿ ਟੰਗਹੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਕਿ ਗੁਰੂ ਨਾਨਕ ਸਾਹਿਬ ਦੇ ਇਸ ਕੋਤਕ ਬਾਰੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਇੱਕ ਵਾਰ ਆ ਕਰਕੇ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਦੂਸਰੇ ਪਾਸੇ ਘਸੀਟਿਆ ਵੀ ਗਿਆ ਬੇਰਹਿਮੀ ਦੇ ਨਾਲ, ਪਰ ਉਦੋਂ ਫਿਰ ਹੱਥ ਜੋੜ ਗਏ, ਜਿੱਧਰ ਗੁਰੂ ਨਾਨਕ ਦੇ ਚਰਨ ਕਰਦੇ ਉਧਰ ਹੀ ਕਾਬਾ ਜਾਂਦਾ ਹੈ। ਨਾਨਕ ਪੈਰ ਪਸਾਰੇ ਕੀ ਗੜ ਭਰਮ ਦਾਸੀ ਟੁੱਟ ਗਿਆ, ਮਨ ਫਿਰ ਗਏ ਲੋਕਾਂ ਦੇ, ਸੱਚ ਜਾਣੋ ਮੱਕਾ ਹੀ ਫਿਰ ਗਿਆ। ਸੱਚਮੁੱਚ ਕਾਬਾ ਹੀ ਨਹੀਂ, ਮੱਕਾ ਹੀ ਨਹੀਂ, ਉੱਥੇ ਲੋਕਾਂ ਦੇ ਮਨ ਵੀ ਫਿਰ ਗਏ। ਤੇ ਕਹਿੰਦੇ ਇਸ ਕੋਤਕ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਕਾਜੀ ਰੁਕਨਦੀਨ, ਕਹਿੰਦਾ ਰੱਬ ਦੇ ਘਰ ਵੱਲ ਪੈਰ ਕੀਤੇ ਨੇ, ਮਜ਼ਹਬ ਕੀ ਹੈ? ਫਲੱਲਾ ਅੱਲਾ ਮਜ਼ਹਬ ਹੂ, ਕੀ ਮਜ਼ਹਬ ਹੈ ਤੁਹਾਡਾ? ਕਿਸ ਮਜ਼ਹਬ ਦੇ ਪੈਰੋਕਾਰ ਹੋ? ਰੱਬ ਦੇ ਘਰ ਦੀ ਤੋਹੀਨ ਕਰ ਦਿੱਤੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਕਾਜੀ ਅਬੂਲ ਲਾ ਅੱਲਾ ਮਜ਼ਹਬ ਬਾਹੂ, ਦੁਨੀਆ ਦਾ ਮਜ਼ਹਬ ਨਹੀਂ, ਮੈਂ ਰੱਬ ਦਾ ਖੁਦਾ ਦਾ ਬੰਦਾ ਹਾਂ। ਸੱਚ ਹੈ ਖਾਲਸਾ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਸਿਖਾਇਆ ਵੀ ਤੂੰ ਖੁਦਾ ਦਾ, ਤੂੰ ਰੱਬ ਦਾ ਹੋ ਜਾ, ਬੰਦਿਆਂ ਦਾ ਬੰਦਾ ਨਾ ਹੋ, ਤੂੰ ਰੱਬ ਦਾ ਬੰਦਾ ਹੋ। ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਿਹਨੂੰ ਫਿਰ ਰੱਬ ਦਾ ਬੰਦਾ ਬਣਾਇਆ, ਉਹਨੇ ਫਿਰ 700 ਸਾਲ ਤੋਂ ਜਿਹੜੇ ਮੁਗਲ ਹਕੂਮਤ ਰਾਜ ਕਰ ਰਹੀ ਸੀ ਨਾ, ਬੰਦਾ ਸਿੰਘ ਬਹਾਦਰ ਨੇ ਜੜ੍ਹਾਂ ਪੱਟ ਕੇ ਰੱਖ ਦਿੱਤੀ।
ਇਹ ਤਾਕਤ ਹੁੰਦੀ ਹੈ ਜਦੋਂ ਬੰਦਾ ਰੱਬ ਦਾ ਹੋ ਜਾਂਦਾ ਹੈ, ਖੁਦਾ ਦਾ ਹੋ ਜਾਂਦਾ ਹੈ। ਉੱਥੇ ਕਾਜੀ ਰੁਕਨਦੀਨ ਨੇ 360 ਸਵਾਲ ਵੀ ਗੁਰੂ ਨਾਨਕ ਸਾਹਿਬ ਨੂੰ ਕੀਤੇ ਸਨ, ਔਰ ਗੁਰੂ ਨਾਨਕ ਸਾਹਿਬ ਨੂੰ ਇਹ ਵੀ ਪੁੱਛਿਆ ਸੀ ਤੁਸੀਂ ਕੇਸਾ ਧਾਰੀ ਹੋ, ਜਟਾ ਜੂਟ ਹੋ, ਪਰ ਇਸਲਾਮ ਦੇ ਵਿੱਚ ਕੇਸ ਰੱਖਣ ਦੀ ਮਨਾਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕੁਰਾਨ ਦਾ ਅਧਿਐਨ ਕਰੋ, ਆਇਤਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ, ਖੁਦਾ ਨੇ ਖੁਦ ਮੁਹੰਮਦ ਸਾਹਿਬ ਨੂੰ ਕਿਹਾ ਕਿ ਪੱਕਾ ਮੁਸਲਮਾਨ ਉਹੀ ਹੈ ਜਿਹੜਾ ਰੱਬ ਦੇ ਕੇਸਾਂ ਦੀ ਸੰਭਾਲ ਕਰਦਾ ਹੈ। ਕੇਸਾਂ ਦੀ ਬੜੀ ਵੱਡੀ ਮਹਾਨਤਾ ਹੈ ਖਾਲਸਾ ਜੀ, ਕਿਉਂਕਿ ਇਸ ਕੋਤਕ ਤੋਂ ਬਾਅਦ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਹੋਰ ਬੜੇ ਮੰਨੇ ਫਕੀਰ ਦੇ ਨਾਲ ਮੁਲਾਕਾਤ ਹੋਈ ਸੀ, ਬਹਿਲੋਲ ਦੇ ਨਾਲ। ਫਕੀਰ ਬਹਿਲੋਲ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਮੇਰੀ ਕੁਟੀਆ ਦੇ ਵਿੱਚ ਚਰਨ ਪਾਓ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੁਟੀਆ ਦੇ ਵਿੱਚ ਮੁਬਾਰਕ ਚਰਨ ਵੀ ਪਾਉਂਦੇ ਨੇ। ਉਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਮੁਬਾਰਕ ਚਰਨ ਪਾਏ ਨਾ ਜਦੋਂ, ਤੇ ਕਹਿੰਦੇ ਫਕੀਰ ਬਹਿਲੋਲ ਆਪਣੇ ਸੇਵਾਦਾਰ ਨੂੰ ਕਹਿੰਦਾ ਹੈ, ਆਮਲ ਰਜ਼ਾ ਉਹਦਾ ਨਾਮ ਸੀ, ਉਹਨੂੰ ਕਹਿੰਦਾ ਵੀ ਜਾ ਬਾਜ਼ਾਰ ਦੇ ਵਿੱਚੋਂ ਕੋਈ ਪਦਾਰਥ ਛਕਣ ਲਈ ਲਿਆ, ਗੁਰੂ ਨਾਨਕ ਆਏ ਨੇ, ਸਾਈਂ ਆਏ ਨੇ, ਇਹਨਾਂ ਦੀ ਸੇਵਾ ਕਰੀਏ। ਅਮਰ ਰਜ਼ਾ ਉਹਦਾ ਨਾਮ ਸੀ ਸੇਵਾਦਾਰ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੇਸਾਂ ਨੂੰ ਕੰਘਾ ਕਰ ਰਹੇ ਸਨ। ਅਮਰ ਰਜ਼ਾ ਜਦੋਂ ਜਾਣ ਲੱਗਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਠਹਿਰ ਜਾ, ਰੁਕ ਜਾ, ਹਜੇ ਜਾ ਨਾ। ਸਤਿਗੁਰੂ ਨੇ ਆਪਣੇ ਕੋਲ ਬੁਲਾਇਆ, ਅਮਰ ਰਜ਼ਾ ਨੂੰ ਕਹਿਣ ਲੱਗੇ, ਅਮਰ ਰਜ਼ਾ ਜੇ ਪਦਾਰਥ ਛਕਣ ਲਈ ਲੈਣ ਲਈ ਚੱਲਿਆ ਨਾ, ਫਿਰ ਉਸ ਦੁਕਾਨਦਾਰ ਦੀ ਦੁਕਾਨ ਤੇ ਜਾਈਂ ਜਿਹੜਾ ਇਨਸਾਨ ਹੋਵੇ, ਜਿਹੜਾ ਰੱਬ ਦੇ ਘਰ ਵਿੱਚ ਪ੍ਰਵਾਨ ਹੋਵੇ। ਅਮਰ ਰਜ਼ਾ ਚੁੱਪ ਸੀ ਤੇ ਬਹਿਲੋਲ ਫਕੀਰ ਕਹਿਣ ਲੱਗਾ ਜੀ ਇਹ ਪੀਰ ਦਸਤਗੀਰ ਦਾ ਵਸਾਇਆ ਸ਼ਹਿਰ ਹੈ, ਇੱਥੇ ਸਾਰੇ ਹੀ ਰੱਬ ਦੇ ਘਰ ਵਿੱਚ ਪ੍ਰਵਾਨ ਨੇ, ਇੱਥੇ ਸਾਰੇ ਇਨਸਾਨਾਂ ਦੀਆਂ ਹੀ ਦੁਕਾਨਾਂ ਨੇ, ਜਾਨਵਰਾਂ ਦੀਆਂ ਦੁਕਾਨਾਂ ਥੋੜੀ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਇਹਦੇ ਵਿੱਚ ਵੀ ਇੱਕ ਰਮਜ਼ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕੰਘਾ ਕਰ ਰਹੇ ਸਨ, ਮਹਾਰਾਜ ਦੇ ਕੰਘੇ ਦੇ ਵਿੱਚ ਦੋ ਕੇਸ ਆ ਗਏ ਸਤਿਗੁਰੂ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੰਘੇ ਦੇ ਵਿੱਚ ਝੜ ਕੇ ਆਏ ਹੋਏ ਦੋ ਕੇਸ ਅਮਰ ਰਜ਼ਾ ਵੱਲ ਕਰਕੇ ਪੁੱਛਿਆ, ਅਮਰ ਰਜ਼ਾ ਇਹ ਕੀ ਹੈ? ਕਹਿਣ ਲੱਗਾ ਜੀ ਆਪ ਦੇ ਪਾਵਨ ਸੀਸ ਦੇ ਵਿੱਚੋਂ ਕੰਘੇ ਦੇ ਨਾਲ ਝੜੇ ਹੋਏ ਦੋ ਕੇਸ ਨੇ। ਸਤਿਗੁਰੂ ਕਹਿੰਦੇ ਇਹਨਾਂ ਨੂੰ ਕੇਸ ਹੀ ਨਾ ਸਮਝੀ, ਇਹਨਾਂ ਨੂੰ ਐਨਕ ਸਮਝੀ। ਐਨਕ ਇੱਕ ਫਾਰਸੀ ਦਾ ਹੀ ਸ਼ਬਦ ਹੈ, ਐਨ ਤੋਂ ਭਾਵ ਨੇਤਰ ਤੇ ਨੇਤਰਾਂ ਤੇ ਲਾਉਣ ਵਾਲਾ ਸ਼ੀਸ਼ਾ, ਚਸ਼ਮਾ, ਉਹਨੂੰ ਐਨਕ ਕਿਹਾ ਜਾਂਦਾ। ਕਹਿੰਦੇ ਇਹਨਾਂ ਨੂੰ ਐਨਕ ਸਮਝ। ਅਮਰ ਰਜ਼ਾ ਜਦੋਂ ਦੁਕਾਨਦਾਰ ਦੀ ਦੁਕਾਨ ਤੇ ਜਾਵੇਂ, ਦੁਕਾਨ ਵਿੱਚ ਜਾਣ ਤੋਂ ਪਹਿਲਾਂ ਇਹ ਕੇਸ ਆਪਣੇ ਨੇਤਰਾਂ ਤੇ ਲਮਕਾ ਕੇ ਉਸ ਦੁਕਾਨਦਾਰ ਵੱਲ ਵੇਖ ਲਵੀਂ, ਤੈਨੂੰ ਪਤਾ ਲੱਗ ਜਾਵੇਗਾ ਇਨਸਾਨ ਹੈ ਕਿ ਹੈਵਾਨ ਹੈ। ਅਮਰ ਰਜ਼ਾ ਨੇ ਸਿਜਦਾ ਕੀਤਾ, ਕਹਿਣ ਲੱਗਾ ਜੀ ਸਤ ਬਚਨ। ਸਤਿਗੁਰੂ ਨੇ ਨਾਲ ਇੱਕ ਟਕਾ ਵੀ ਦਿੱਤਾ ਵੀ ਇਸ ਟਕੇ ਦੇ ਨਾਲ ਪਦਾਰਥ ਲਿਆ। ਅਮਰ ਰਜ਼ਾ ਗਿਆ ਹੁਣ ਜਦੋਂ ਬਾਜ਼ਾਰ ਦੇ ਵਿੱਚ, ਕਹਿੰਦੇ ਜਦੋਂ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਖੜੇ ਨੇਤਰਾਂ ਨੂੰ ਗੁਰੂ ਨਾਨਕ ਦੇ ਪਾਵਨ ਕੇਸ ਲਾਏ, ਦੁਕਾਨਦਾਰ ਵੱਲ ਵੇਖੇ, ਪਹਿਲਾਂ ਤੇ ਇਨਸਾਨ ਨਜ਼ਰ ਆਏ, ਜਦੋਂ ਕੇਸ ਲਾ ਲਵੇ ਕੋਈ ਹਿਰਨ ਨਜ਼ਰ ਆਵੇ, ਕੋਈ ਮੁਰਗਾ ਨਜ਼ਰ ਆਵੇ, ਕੋਈ ਜਾਨਵਰ ਨਜ਼ਰ ਆਵੇ, ਕੋਈ ਕੁਝ ਜਾਨਵਰ ਨਜ਼ਰ ਆਵੇ। ਕਹਿੰਦੇ ਕੋਈ ਦੁਕਾਨਦਾਰ ਇਨਸਾਨੀ ਜਾਮੇ 'ਚ ਨਜ਼ਰ ਹੀ ਨਾ ਆਵੇ। ਕਹਿੰਦੇ ਸ਼ਹਿਰ ਦੇ ਬਿਲਕੁਲ ਵਿੱਚ ਇੱਕ ਜਟਾ ਜੂਟ ਸੀ, ਕੇਸਾਧਾਰੀ ਦੁਕਾਨਦਾਰ ਸੀ, ਉਹਦੀ ਦੁਕਾਨ ਤੇ ਗਿਆ। ਅਮਰ ਰਜ਼ਾ ਨੇ ਕੇਸ ਲਾਏ ਤੇ ਉਹ ਇਨਸਾਨੀ ਜਾਮੇ 'ਚ ਹੀ ਨਜ਼ਰ ਆਇਆ। ਗਿਆ ਗੁਰੂ ਨਾਨਕ ਸਾਹਿਬ ਦਾ ਟਕਾ ਦੇਣ ਲੱਗਾ, ਜਾ ਕੇ ਉਹਨੇ ਪਦਾਰਥ ਲਿਆ ਤੇ ਵਾਪਸ ਆ ਗਿਆ। ਆ ਕੇ ਫਕੀਰ ਬਹਿਲੋਲ ਨੂੰ ਸਾਰੀ ਗੱਲ ਦੱਸੀ। ਫਕੀਰ ਬਹਿਲੋਲ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਕਿ ਇਹ ਕੋਤਕ ਕੀ ਹੈ? ਸਤਿਗੁਰੂ ਕਹਿੰਦੇ ਸੱਜਣਾ, ਇਹ ਕੇਸ ਇਹ ਕੋਈ ਮਾਮੂਲੀ ਦਾਤ ਨਹੀਂ, ਇਹ ਰੱਬ ਦੀ ਬੜੀ ਵੱਡੀ ਦਾਤ ਹੈ। ਜਿਹੜੇ ਕੇਸਾਂ ਦੀ ਸੰਭਾਲ ਨਹੀਂ ਕਰਦੇ ਉਹ ਇਨਸਾਨ ਨਹੀਂ ਹੋ ਸਕਦੇ, ਹੈਵਾਨ ਜ਼ਰੂਰ ਹੋਣਗੇ। ਗੁਰੂ ਨਾਨਕ ਸਾਹਿਬ ਦਾ ਪਹਿਲਾ ਬਚਨ ਹੀ ਖਾਲਸਾ ਜੀ ਇਹ ਹੈ ਵੀ ਕੇਸਾਂ ਦੀ ਸੰਭਾਲ ਜ਼ਰੂਰ ਹੋਣੀ ਚਾਹੀਦੀ। ਸਤਿਗੁਰੂ ਦੇ ਕੋਤਕ ਤੋਂ ਪ੍ਰਭਾਵਿਤ ਹੋਇਆ ਫਕੀਰ। ਉੱਥੇ ਫਿਰ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਉਹਨੇ ਇੱਕ ਇਮਾਰਤ ਵੀ ਬਣਵਾਈ ਸੀ, ਜਿਹਦੀ ਫਿਰ ਕਾਰ ਸੇਵਾ ਜਦੋਂ ਸਨ 1914 ਦੀ ਜੰਗ ਹੋਈ, ਸਿੱਖ ਫੌਜੀਆਂ ਨੇ ਜਾ ਕੇ ਫਿਰ ਉਸ ਅਸਥਾਨ ਦੀ ਸੇਵਾ ਕਰਾਈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਸ ਅਸਥਾਨ ਦੀ ਸੇਵਾ
ਅਮਰ ਰਜ਼ਾ ਦੇ ਅੰਸ਼ ਵੰਸ਼ ਅੱਜ ਵੀ ਕਰਦੇ ਨੇ। ਤੇ ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਨਾ, ਆਪਾਂ ਵੇਖੀਏ ਆਪਾਂ ਪੰਜਾਬ 'ਚ ਵੱਸਦੇ ਹਾਂ, ਤੇ ਇੱਕ ਉਹ ਅੱਜ ਪਾਕਿਸਤਾਨ ਤੋਂ ਵੀ ਅਗਾਂਹ ਕਿ ਅੱਜ ਆਪਾਂ ਵੀ ਉਹਨਾਂ ਬਚਨਾਂ ਤੇ ਪਹਿਰਾ ਦੇ ਰਹੇ ਹਾਂ। ਕਹਿੰਦੇ ਜਦੋਂ ਉਹਨਾਂ ਦੀ ਵੰਸ਼ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ, ਇੱਥੇ ਪੰਜਾਬ 'ਚ ਬੱਚਾ ਜਨਮ ਲਵੇ ਤੇ ਆਪਾਂ ਕਹਿੰਦੇ ਮੰਮੀ ਬੋਲ ਕੇ ਵਿਖਾ, ਡੈਡੀ ਬੋਲ ਕੇ ਵਿਖਾ। ਕਹਿੰਦੇ ਉੱਥੇ ਜਦੋਂ ਬੱਚਾ ਜਨਮ ਲੈਂਦਾ, ਜਨਮ ਤੋਂ ਬਾਅਦ ਜਦੋਂ ਬੋਲਣ ਲੱਗਦਾ ਤੇ ਕਹਿੰਦੇ ਉਹਨੂੰ ਸੰਸਾਰੀ ਅੱਖਰ ਨਹੀਂ ਸਿਖਾਉਂਦੇ, ਸਭ ਤੋਂ ਪਹਿਲਾਂ ਬਾਬੇ ਦਾ ਮੂਲ ਮੰਤਰ ਸਿਖਾਉਂਦੇ ਨੇ। ਉਸ ਤੋਂ ਬਾਅਦ ਫਿਰ ਕਹਿੰਦੇ ਉਹਨੂੰ ਜਪਜੀ ਸਾਹਿਬ ਕੰਠ ਕਰਾਉਂਦੇ ਨੇ। ਕਹਿੰਦੇ ਉਦੋਂ ਤੱਕ ਬੱਚੇ ਨੂੰ ਪੜ੍ਹਨੇ ਨਹੀਂ ਪਾਉਂਦੇ ਜਦੋਂ ਤੱਕ ਜਪਜੀ ਸਾਹਿਬ ਹੀ ਨਾ ਕੰਠ ਹੋ ਜੇ। ਖਾਲਸਾ ਜੀ, ਮੈਂ ਬੇਨਤੀ ਕਰਾਂ, ਬਾਬੇ ਨਾਨਕ ਤੇ ਕਿਸੇ ਦੀ ਰਜਿਸਟਰੀ ਨਹੀਂ, ਪਰ ਜੇ ਬਾਬੇ ਤੇ ਆਪਾਂ ਸੱਚਮੁੱਚ ਭਾਵਨਾ ਲੈ ਕੇ ਬੈਠੇ ਆ ਨਾ, ਤੇ ਬਾਬੇ ਕੇ ਹੋ ਜਾਈਏ। ਜੇ ਬਾਬੇ ਕੇ ਹੋਵਾਂਗੇ, ਜਪਜੀ ਸਾਹਿਬ ਹਿਰਦੇ 'ਚ ਵਸਾਵਾਂਗੇ, ਸਭ ਕੁਝ ਮਿਲੇਗਾ। ਮੈਂ ਬੇਨਤੀ ਕਰਾਂ ਕਿ ਵੇਖੋ, ਗੁਰੂ ਨਾਨਕ ਸਾਹਿਬ ਦੀ ਇਹ ਵਡਿਆਈ ਹੈ, ਇਹ ਤਾਕਤ ਹੈ, ਇਹ ਰਹਿਮਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬੜੀ ਵੱਡੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰੀਆਂ ਨੂੰ ਬੜੇ ਦਾਤਾਂ ਦੇ ਕੇ ਤਾਰਿਆ। ਮੈਂ ਇੱਕ ਬੇਨਤੀ ਹੋਰ ਕਰਾਂ ਕਿ ਇੱਕ ਹੁੰਦੀ ਹੈ ਬਿੰਦੀ ਸੰਤਾਨ ਤੇ ਇੱਕ ਹੁੰਦੀ ਹੈ ਨਾਦੀ ਸੰਤਾਨ। ਬੇਦੀ ਕੁਲ ਦੇ ਵਿੱਚ ਗੁਰੂ ਨਾਨਕ ਦਾ ਆਗਾਜ਼ ਹੋਇਆ, ਆਮਦ ਹੋਈ ਤੇ ਬਾਬੇ ਨੇ ਬੇਦੀਆਂ ਨੂੰ ਤਾਰ ਦਿੱਤਾ। ਹੁਣ ਜੇ ਆਪਾਂ ਤਰਨਾ ਤੇ ਬਾਬੇ ਕਿਆਂ ਨਾਲ, ਬੇਦੀਆਂ ਦੇ ਨਾਲ ਸਤਿਕਾਰ ਕਰੀਏ, ਗੁਰ ਸ਼ਬਦ ਨਾਲ ਜੁੜੀਏ, ਤੇ ਜੋ ਮਹਾਂਪੁਰਸ਼ਾਂ ਵੱਲੋਂ ਗੁਰਮਤ ਦਾ ਇਹ ਉਪਰਾਲਾ ਕੀਤਾ ਗਿਆ, ਉਸ ਬਚਨ ਨੂੰ ਮਨ 'ਚ ਵਸਾਈਏ, ਤੇ ਖਾਲਸਾ ਜੀ ਤਾਂ ਹੀ ਅਸੀਂ ਵੀ ਸੰਸਾਰ ਤੋਂ ਤਰ ਸਕਾਂਗੇ। ਮੈਂ ਇੱਕ ਬੇਨਤੀ ਕਰਾਂ, ਸੰਸਾਰ ਦੇ ਤਖਤੇ ਦੇ ਉੱਤੇ ਤਰਦਾ ਉਹੀ ਹੈ ਜਿਹਨੇ ਗੁਰੂ ਨਾਨਕ ਦੇ ਬਚਨ ਨੂੰ ਕਮਾਇਆ। ਬਹਿਲੋਲ ਫਕੀਰ ਤੋਂ ਬਾਅਦ ਮਿਸਰ ਦੇ ਬਾਦਸ਼ਾਹ ਕਾਰੂ ਹਮੀਦ ਨਾਲ ਵੀ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਹੋਈ। ਕਾਰੂ ਹਮੀਦ ਬਾਦਸ਼ਾਹ ਦੇ ਕੋਲ ਖਜ਼ਾਨਾ ਬੜਾ ਸੀ, ਪਰ ਕਹਿੰਦੇ ਜਨਤਾ ਦੇ ਵਿੱਚ ਉਹ ਖਜ਼ਾਨਾ ਵੰਡਦਾ ਨਹੀਂ ਸੀ, ਆਪਣੀ ਲੋਕਾਈ ਵਿੱਚ, ਪ੍ਰਜਾ ਦੇ ਵਿੱਚ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ ਤੇ ਕਾਰੂ ਹਮੀਦ ਬਾਦਸ਼ਾਹ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦਾ ਤੇ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਨੂੰ, ਕਹਿੰਦਾ ਬਾਬਾ ਤੁਸੀਂ 27 ਦਿਨਾਂ ਦੇ ਇਸ ਇਲਾਕੇ ਦੇ ਵਿੱਚੋਂ ਅੱਜ ਤੁਸਾਂ ਨੇ ਵਿਦਾਇਗੀ ਦੇਣੀ ਹੈ, ਕਿਰਪਾ ਕਰੋ ਕੋਈ ਐਸੀ ਨਿਸ਼ਾਨੀ ਦੇ ਕੇ ਜਾਵੋ ਜਿਹੜੀ ਮੇਰੇ ਕੋਲ ਸਦੀਆਂ ਤਾਈਂ ਰਵੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜਾ ਹੀ ਵੱਡਾ ਕੋਤਕ ਵਰਤਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਇੱਕ ਸੂਈ ਦੇ ਦਿੱਤੀ ਕਾਰੂ ਹਮੀਦ ਬਾਦਸ਼ਾਹ ਨੂੰ। ਸੂਈ ਕਾਰੂ ਹਮੀਦ ਬਾਦਸ਼ਾਹ ਨੂੰ ਦਿੱਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਦਸ਼ਾਹ ਇੱਕ ਗੱਲ ਚੇਤੇ ਰੱਖੀ, ਮੈਂ ਸੂਈ ਦੇਣ ਤੇ ਲੱਗਾ, ਪਰ ਦਰਗਾਹ ਦੇ ਵਿੱਚ ਤੇਰੇ ਕੋਲੋਂ ਵਾਪਸ ਜ਼ਰੂਰ ਲਵਾਂਗਾ। ਇਹ ਸੂਈ, ਇਹ ਨਿਸ਼ਾਨੀ ਤੇਰੇ ਕੋਲੋਂ ਦਰਗਾਹ ਵਿੱਚ ਵਾਪਸ ਲਵਾਂਗਾ। ਤੇ ਕਾਰੂ ਹਮੀਦ ਬਾਦਸ਼ਾਹ ਹੱਸ ਕੇ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਬਾਬਾ ਕਿਉਂ ਭੋਲੀਆਂ ਜੀਆਂ ਬਾਤਾਂ ਪਾਉਂਦੇ ਹੋ, ਦਰਗਾਹ ਦੇ ਵਿੱਚ ਸੂਈ ਨਾਲ ਥੋੜਾ ਜਾਣੀ ਹੈ, ਇਸ ਦੁਨੀਆ ਦੇ ਵਿੱਚੋਂ ਨਾਲ ਕੁਝ ਵੀ ਨਹੀਂ ਜਾਣਾ, ਦਰਗਾਹ 'ਚ ਸੂਈ ਨਾਲ ਨਹੀਂ ਜਾਏਗੀ, ਵਾਪਸ ਕਿਵੇਂ ਲਵੋਗੇ। ਤੇ ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ, ਜਿਹੜੇ ਮਹਿਲਾਂ ਦੇ ਵਿੱਚ ਖਜ਼ਾਨਾ ਭਰੀ ਫਿਰਦਾ, ਕੀ ਖਜ਼ਾਨਾ ਨਾਲ ਜਾਏਗਾ? ਉਹ ਖਜ਼ਾਨੇ ਨੂੰ ਲੁਕਾਈ ਵਿੱਚ ਵੰਡ, ਗਰੀਬਾਂ ਦੀ ਮਦਦ ਕਰ, ਵੰਡ ਕੇ ਛਕਣ ਦਾ ਉਪਦੇਸ਼ ਹਿਰਦੇ ਵਿੱਚ ਧਾਰ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੇ ਸੂਈ ਨਾਲ ਨਹੀਂ ਜਾਣੀ, ਸੂਈ ਨਾਲ ਨਾ ਜਾਣ ਦੀ ਤੇ ਸੋਝੀ ਹੈ, ਪਰ ਜਿਹੜੇ ਖਜ਼ਾਨੇ ਇਕੱਠੀ ਕਰੀ ਫਿਰਦਾ ਉਹਦੀ ਸੋਝੀ ਨਹੀਂ। ਕਹਿੰਦੇ ਅੱਜ ਵੀ ਜਦੋਂ ਕਾਰੂ ਹਮੀਦ ਨੇ ਉੱਥੇ ਅਸਥਾਨ ਬਣਵਾਇਆ ਗੁਰੂ ਨਾਨਕ ਸਾਹਿਬ ਦਾ, ਅੱਜ ਵੀ ਜਦੋਂ ਉੱਥੇ ਸੰਗਤ ਦਰਸ਼ਨ ਕਰਨ ਜਾਵੇ ਨਾ ਤੇ ਉਹ ਸੂਈ ਦੇ ਦਰਸ਼ਨ ਕਰਾਉਂਦੇ ਨੇ, ਜਿਹੜੀ ਸੂਈ ਗੁਰੂ ਨਾਨਕ ਸਾਹਿਬ ਨੇ ਕਾਰੂ ਹਮੀਦ ਬਾਦਸ਼ਾਹ ਨੂੰ ਵਿਖਾਈ। ਤੇ ਉਹ ਸੂਈ ਵਿਖਾ ਕੇ ਕਹਿੰਦੇ ਵੀ ਇਹਨੂੰ ਇਕੱਲੇ ਮੱਥੇ ਹੀ ਨਾ ਟੇਕਦੇ ਰਹੋ, ਚੇਤੇ ਰੱਖਿਓ ਰੱਬ ਦੀ ਦਰਗਾਹ 'ਚ ਸੂਈ ਵੀ ਨਾਲ ਨਹੀਂ ਜਾਣੀ, ਨਾਲ ਕੀ ਜਾਣਾ ਪ੍ਰਮਾਤਮਾ ਦਾ ਨਾਮ, ਨਾਲ ਕੀ ਜਾਣਾ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਜੇ ਚੰਗੇ ਕਰਮ ਕਮਾਵਾਂਗੇ ਉਹ ਨਾਲ ਜਾਣੇ ਨੇ, ਮਾੜੇ ਕੀਤੇ ਕਰਮ ਨਾਲ ਨਹੀਂ ਜਾਣੇ, ਸੰਸਾਰੀ ਬਾਤਾਂ ਨਾਲ ਨਹੀਂ ਜਾਣੀਆਂ। ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਝਖਣਾ ਝਾਕ। ਸਤਿਗੁਰੂ ਕਹਿੰਦੇ ਨਾਲ ਤੇ ਇਹੀ ਜਾਣਾ, ਹੋਰ ਕੁਝ ਨਹੀਂ ਜਾਣਾ। ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਫਕੀਰ
ਤਾਰੇ ਉਹ ਫਕੀਰਾਂ ਨੂੰ ਸਿੱਧਾ ਕੀਤਾ ਸਤਿਗੁਰੂ ਨੇ, ਜਿਨ੍ਹਾਂ ਨੂੰ ਆਪ ਦੀ ਫਕੀਰੀ ਤੇ ਵੀ ਹੰਕਾਰ ਸੀ। ਕਹਿੰਦੇ ਇੱਕ ਬੜਾ ਮੰਨਿਆ ਪਰਮੰਨਿਆ ਫਕੀਰ ਸੀ ਮਖਦੂਮ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਵੀ ਗਏ, ਮਖਦੂਮ ਫਕੀਰ ਦੇ ਇਲਾਕੇ ਦੇ ਵਿੱਚ। ਤੇ ਕਹਿੰਦੇ ਵੀ ਉਹ ਫਕੀਰ ਕੀ ਕਰਦਾ ਸੀ, ਜਦੋਂ ਕੋਈ ਉਸ ਇਲਾਕੇ ਵਿੱਚ ਜਾਂਦਾ ਸੀ ਨਾ, ਤੇ ਆਏ ਹੋਏ ਫਕੀਰਾਂ ਨੂੰ ਆਪਣੀਆਂ ਕਰਾਮਾਤਾਂ ਵਿਖਾ ਕੇ ਫਿਰ ਪ੍ਰਭਾਵਿਤ ਕਰਦਾ ਸੀ। ਕਹਿੰਦੇ ਉਹਦਾ ਮੁਸੱਲਾ ਸੀ, ਜਿਸ ਮੁਸੱਲੇ ਤੇ ਬੈਠ ਕੇ ਇਬਾਦਤ ਕਰਦਾ ਸੀ, ਉਹ ਮੁਸੱਲੇ ਨੂੰ ਦਰਿਆ ਵਿੱਚ ਲੈ ਕੇ ਜਾਂਦਾ ਸੀ। ਤੇ ਕਹਿੰਦੇ ਮੁਸੱਲੇ ਦੇ ਉੱਤੇ ਬੈਠ ਜਾਂਦਾ ਸੀ ਤੇ ਮੁਸੱਲਾ ਦਰਿਆ ਦੇ ਪਾਣੀ ਵਿੱਚ ਡੁੱਬਦਾ ਨਹੀਂ ਸੀ, ਤੈਰ ਕੇ ਪਰਲੇ ਕਿਨਾਰੇ ਤੇ ਪਹੁੰਚ ਜਾਂਦਾ ਸੀ। ਹੁਣ ਬਾਬੇ ਤੇ ਕਰਾਮਾਤਾਂ ਦਾ ਪ੍ਰਭਾਵ ਕਾਹਦਾ? ਕਿਉਂਕਿ ਗੁਰੂ ਨਾਨਕ ਸਾਹਿਬ ਤੇ ਸਾਗਰ ਨੇ ਕਰਾਮਾਤਾਂ ਦਾ, ਇੱਥੇ ਤੇ ਅੰਤ ਹੀ ਕੋਈ ਨਹੀਂ। ਕਹਿੰਦੇ ਗੁਰੂ ਨਾਨਕ ਸਾਹਿਬ ਵੀ ਕਹੇ ਤੇ ਸਤਿਗੁਰੂ ਨੂੰ ਕਹਿੰਦਾ, ਆਓ ਫਕੀਰੋ ਤੁਹਾਨੂੰ ਸੈਰ ਕਰਾ ਲਿਆਵਾਂ ਦਰਿਆ ਦੀ। ਸਤਿਗੁਰੂ ਕਹਿੰਦੇ ਬੇੜਾ ਤੇ ਨਜ਼ਰ ਨਹੀਂ ਆਉਂਦਾ, ਸੈਰ ਕਿਹਦੇ ਨਾਲ ਕਰਾ ਕੇ ਲਿਆਏਗਾ? ਕਹਿੰਦਾ ਜੀ ਤਾਕਤ ਬੜੀ ਆ, ਮੁਸੱਲੇ ਤੇ ਬੈਠੋ, ਮੁਸੱਲਾ ਦਰਿਆ ਦੇ ਵਿੱਚ ਜਾਵੇਗਾ ਤੇ ਦਰਿਆ ਦੇ ਵਿੱਚ ਡੁੱਬੇਗਾ ਨਹੀਂ, ਤੈਰ ਕੇ ਪਾਰ ਹੋ ਜਾਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਹੱਸ ਪਏ, ਕਹਿੰਦੇ ਫਕੀਰਾ ਇੰਨਾ ਮਾਣ ਨਹੀਂ ਕਰੀਦਾ, ਜਿਹੜਾ ਰੱਬ ਇੱਕ ਵਾਰ ਡਾਰੀਆਂ ਲਾਉਂਦਾ ਦਰਿਆ ਦੇ ਵਿੱਚ ਅਟਕਾ ਵੀ ਰੱਬ ਹੀ ਦਿੰਦਾ। ਕਹਿੰਦਾ ਜੀ ਨਾ ਨਾ, ਬੜੀਆਂ ਤਾਕਤਾਂ ਨੇ। ਸਤਿਗੁਰੂ ਕਹਿੰਦੇ ਚੱਲ ਇੰਜ ਕਰ, ਤੂੰ ਜਾ ਕੇ ਸੈਰ ਕਰਕੇ ਆ, ਅਸੀਂ ਇੱਥੇ ਬੈਠ ਕੇ ਖੁਦਾ ਦੀ ਸਿਫਤ ਕਰਦੇ ਹਾਂ। ਕਹਿੰਦੇ ਮੁਸੱਲੇ ਤੇ ਬੈਠਾ, ਦਰਿਆ ਦੇ ਪਾਰਲੇ ਬੰਨੇ ਪਹੁੰਚਿਆ ਤੇ ਵੇਖਿਆ ਕਿ ਇਮਾਰਤ ਹੈ। ਇਮਾਰਤ ਦੇ ਵਿੱਚ 20 ਕੇ ਸੱਜਣ ਇਕੱਠੇ ਹੋ ਕੇ ਖੁਦਾ ਦੀ ਇਬਾਦਤ ਕਰ ਰਹੇ ਨੇ। ਕਹਿੰਦੇ ਉਹਨਾਂ ਦੀ ਇਬਾਦਤ ਵਿੱਚ ਜਾ ਕੇ ਸ਼ਾਮਲ ਹੋ ਗਿਆ। ਉਹ ਸੱਜਣ ਇਬਾਦਤ ਕਰਨ ਤੋਂ ਬਾਅਦ ਖੁਦਾ ਅੱਗੇ ਪੁਕਾਰ ਕਰਦੇ ਨੇ ਕਿ ਖੁਦਾ ਸਾਡੀ ਇਬਾਦਤ ਨੂੰ ਪ੍ਰਵਾਨ ਕਰੀ, ਸਾਡੀ ਹਾਜ਼ਰੀ ਪ੍ਰਵਾਨ ਕਰੀ, ਛਕਣ ਲਈ ਕੋਈ ਪਦਾਰਥ ਭੇਜੀ। ਤੇ ਕਹਿੰਦੇ ਉਹਨਾਂ ਦੇ ਛਕਣ ਵਾਸਤੇ ਖੁਦਾ ਨੇ ਕਿਸੇ ਨਾ ਕਿਸੇ ਜ਼ਰੀਏ ਪਦਾਰਥ ਭੇਜਣਾ, ਭੋਜਨ ਭੇਜਣਾ। ਕਹਿੰਦੇ ਉਹ ਸੱਜਣ ਇਬਾਦਤ ਕਰਕੇ ਚਲੇ ਗਏ ਤੇ ਮਖਦੂਮ ਉੱਥੇ ਬੈਠਾ ਸੀ। ਮਖਦੂਮ ਨੇ ਵੇਖਿਆ ਇੱਕ ਬੇੜਾ ਆ ਰਿਹਾ, ਜਹਾਜ਼ ਆ ਰਿਹਾ, ਉਹ ਡੁੱਬਣ ਵਾਲਾ ਸੀ। ਮਖਦੂਮ ਨੇ ਆਪਣੀਆਂ ਤਾਕਤਾਂ ਨਾਲ ਦੁਆ ਕੀਤੀ ਤੇ ਉਹ ਬੇੜਾ ਡੁੱਬਣੋਂ ਬਚਾ ਲਿਆ। ਕਹਿੰਦੇ ਦੂਜੇ ਦਿਨ ਉਹ 20 ਸੱਜਣ ਫਿਰ ਆਏ, ਉਹਨਾਂ ਫਿਰ ਇਬਾਦਤ ਕੀਤੀ। ਕਹਿੰਦੇ ਜਿਵੇਂ ਪਹਿਲਾਂ ਇਬਾਦਤ ਕਰਨ ਤੋਂ ਬਾਅਦ ਦੁਆ ਕਰਦੇ ਸੀ, ਪਰਮਾਤਮਾ ਤੋਂ ਛਕਣ ਲਈ ਭੋਜਨ ਮੰਗਦੇ ਸੀ, ਅੱਜ ਫਿਰ ਮੰਗਿਆ ਪਰ ਅੱਜ ਭੋਜਨ ਆਇਆ ਹੀ ਨਹੀਂ, ਅੱਜ ਪਰਮਾਤਮਾ ਨੇ ਭੋਜਨ ਨਹੀਂ ਭੇਜਿਆ। ਕਹਿੰਦੇ ਉਹ ਫਿਰ ਚਲੇ ਗਏ ਰੱਬ ਦੇ ਸ਼ੁਕਰ, ਰੱਬ ਦੇ ਭਾਣੇ 'ਚ ਸ਼ਿਕਵਾ ਨਹੀਂ ਕੀਤਾ। ਮਖਦੂਮ ਫਿਰ ਬੈਠਾ ਰਿਹਾ। ਕਹਿੰਦੇ ਵੇਖਿਆ ਜਿਸ ਇਮਾਰਤ ਦੇ ਵਿੱਚ ਉਹ ਇਬਾਦਤ ਕਰਦੇ ਨੇ ਨਾ, ਅੱਜ ਉਹ ਇਮਾਰਤ ਢੱਠਣ ਵਾਲੀ ਸੀ। ਮਖਦੂਮ ਨੇ ਫਿਰ ਤਾਕਤਾਂ ਨਾਲ ਦੁਆ ਕੀਤੀ, ਕਹਿੰਦਾ ਇਮਾਰਤ ਨਾ ਢੱਠੇ, ਇਮਾਰਤ ਢੱਠਣੋਂ ਬਚ ਗਈ। ਤੀਜੇ ਦਿਨ ਫਿਰ ਉਹ ਸੱਜਣਾ ਇਬਾਦਤ ਕੀਤੀ, ਦੁਆ ਕੀਤੀ, ਭੋਜਨ ਮੰਗਿਆ ਖੁਦਾ ਤੋਂ, ਪਰ ਭੋਜਨ ਨਾ ਮਿਲਿਆ ਤੇ ਵਿਚਾਰ ਕਰਨ ਲੱਗੇ। ਕਹਿੰਦੇ ਲੱਗਦਾ ਸਾਡੇ ਵਿੱਚੋਂ ਕਿਸੇ ਨੇ ਰੱਬ ਦੇ ਹੁਕਮ 'ਚ, ਰੱਬ ਦੇ ਭਾਣੇ ਵਿੱਚ ਵਿਘਨ ਪਾਇਆ। ਤੇ ਮਖਦੂਮ ਬੜੇ ਮਾਣ ਨਾਲ ਕਹਿਣ ਲੱਗਾ ਵਿਘਨ ਨਹੀਂ ਪਾਇਆ। ਕਹਿੰਦਾ ਕੱਲ ਬੇੜਾ ਡੁੱਬ ਰਿਹਾ ਸੀ ਤੇ ਬੇੜਾ ਡੁੱਬਣੋਂ ਮੈਂ ਬਚਾਇਆ। ਇਮਾਰਤ ਢੱਠ ਰਹੀ ਸੀ, ਇਮਾਰਤ ਢੱਠਣੋਂ ਮੈਂ ਬਚਾਈ ਹੈ। ਤੇ ਉਹ ਹੱਸ ਪਏ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਕਹਿਣ ਲੱਗਾ ਮੇਰਾ ਨਾਮ ਮਖਦੂਮ। ਕਹਿੰਦੇ ਅਸੀਂ ਤੈਨੂੰ ਪਛਾਣਿਆ ਨਹੀਂ। ਕਹਿੰਦਾ ਮੇਰੇ ਕੋਲ ਤਾਕਤਾਂ ਬਹੁਤ ਨੇ, ਆ ਵੇਖੋ ਮੇਰਾ ਮੁਸੱਲਾ ਹੁਣੇ ਦਰਿਆ ਵਿੱਚ ਤੈਰ ਕੇ ਜਾਵੇਗਾ। ਉਹਨੇ ਕੀ ਕੀਤਾ, ਮੁਸੱਲੇ ਤੇ ਬੈਠ ਕੇ ਫਿਰ ਦਰਿਆ ਦੇ ਵਿੱਚ ਤੈਰਨ ਲੱਗਾ ਤੇ ਦਰਿਆ ਦੇ ਵਿਚਾਲੇ ਜਾ ਕੇ ਮੁਸੱਲਾ ਅਟਕ ਗਿਆ, ਅੱਗੇ ਵਧਿਆ ਹੀ ਨਾ। ਤੇ ਕਹਿੰਦੇ ਉਹ 20 ਸੱਜਣ ਬੇੜੇ ਵਿੱਚ ਆਏ, ਕਹਿਣ ਲੱਗੇ ਹਾਂ ਬਈ ਫਕੀਰਾ, ਤੇਰਾ ਮੁਸੱਲਾ ਅਗਾਂਹ ਕਿਉਂ ਨਹੀਂ ਵੱਧਦਾ? ਕਹਿੰਦਾ ਮੰਤਰ ਤੇ ਬੜੇ ਪੜ੍ਹ ਰਿਹਾ, ਕਲਮਾਂ ਤੇ ਬੜੀਆਂ ਪੜ੍ਹਦਾ, ਅਗਾਂਹ ਵੱਧਦਾ ਹੀ ਨਹੀਂ। ਉਹ 20 ਸੱਜਣ ਕਹਿਣ ਲੱਗੇ ਇੰਜ ਕਰ, ਜਦੋਂ ਤੇਰੀਆਂ ਸਾਰੀਆਂ ਕਲਮਾਂ ਪੜ੍ਹੀਆਂ ਜਾਣ, ਮਸੱਲਾ ਤਾਂ ਵੀ ਨਾ ਵਧੇ, ਫਿਰ ਸਾਨੂੰ ਦੱਸੀ, ਫਿਰ ਇੱਕ ਕਲਮ, ਇੱਕ ਬੈਂਤ ਅਸੀਂ ਤੈਨੂੰ ਦਵਾਂਗੇ। ਕਹਿਣ ਲੱਗਾ ਤੁਹਾਡੇ ਕੋਲ ਕਿਹੜਾ ਬੈਂਤ, ਕਿਹੜੀਆਂ ਕਲਮਾਂ ਨੇ? ਕਹਿਣ ਲੱਗੇ ਪੜ੍ਹ ਲਏਗਾ? ਕਹਿੰਦਾ ਪੜ੍ਹ ਲਾਂਗਾ। ਕਹਿੰਦੇ ਫਿਰ ਸਾਡੇ ਨਾਲ ਆ ਪਾਠ ਕਰ। ਤੇ ਉਹਨਾਂ ਸੱਜਣਾ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਕਹਿਣ ਲੱਗਾ 1 ਮਿੰਟ, ਇਹ ਕਿਹਦੀ ਬਾਣੀ ਹੈ? ਕਹਿਣ ਲੱਗੇ ਇਹ ਗੁਰੂ ਨਾਨਕ ਦੀ।
ਨਾਨਕ ਸ਼ਾਹ ਫਕੀਰ ਦੀ ਜ਼ਾਹਰ ਪੀਰ ਦੀ ਬਾਣੀ ਹੈ ਜਪਜੀ ਸਾਹਿਬ। ਕਹਿੰਦਾ ਕਿ ਇਹ ਤੁਹਾਡੀ ਕਲਮ ਇਹ ਜਪਜੀ ਸਾਹਿਬ ਦਾ ਪਾਠ ਦਰਿਆ ਪਾਰ ਕਰਾ ਦੇਗਾ, ਮੇਰੀਆਂ ਸਾਰੀਆਂ ਕਲਮਾਂ ਤਾਂ ਵਿਅਰਥ ਹੋ ਗਈਆਂ। ਉਹ ਵੀ ਸੱਜਣ ਕਹਿਣ ਲੱਗੇ, ਸੱਜਣਾ ਇਹ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਤੇ ਏਡੀ ਤਾਕਤ ਹੈ, ਇਹ ਸੰਸਾਰ ਰੂਪੀ ਭਵਸਾਗਰ ਪਾਰ ਕਰਾ ਦਿੰਦਾ, ਦਰਿਆ ਕਿੱਡੀ ਕੀ ਚੀਜ਼ ਹੈ, ਪੜ੍ਹ ਕੇ ਤਾਂ ਵੇਖ। ਸੱਚ ਹੈ ਖਾਲਸਾ ਜੀ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਤਾਂ ਹੀ ਲਾਭ ਹੈ ਜੇ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਕੰਠ ਕਰਾਂਗੇ। ਮੈਂ 1 ਮਿੰਟ ਰੋਕ ਕੇ ਬੇਨਤੀ ਕਰਾਂ ਵੀ ਜਪਜੀ ਸਾਹਿਬ ਦਾ ਪਾਠ ਜਿਨ੍ਹਾਂ ਨੂੰ ਜ਼ਬਾਨੀ ਕੰਠ ਨਹੀਂ ਉਹ ਜ਼ਰੂਰ ਕੰਠ ਕਰੋ। ਕਵੀ ਸੰਤੋਖ ਸਿੰਘ ਜੀ ਨੂੰ ਪੁੱਛਿਆ ਸਿੱਖ ਦੀ ਨਿਸ਼ਾਨੀ ਕੀ ਹੈ? ਕਹਿੰਦੇ ਬੜਾ ਸੋਹਣਾ ਲਿਬਾਸ ਪਾਇਆ ਹੋਵੇ, ਬੜਾ ਸੋਹਣੇ ਕਕਾਰ ਸਜਾਏ ਹੋਣ, ਬੜਾ ਸੋਹਣਾ ਸਰੂਪ ਹੋਵੇ, ਦਾਵਾ ਕਰੇ ਮੈਂ ਸਿੱਖ ਹਾਂ, ਗੁਰੂ ਨਾਨਕ ਦਾ ਭਰੋਸਾ ਨਾ ਕਰਿਓ। ਕਹਿੰਦੇ ਜੇ ਕੋਈ ਕਵੇ ਮੈਂ ਸਿੱਖ ਹਾਂ, ਸਿੱਖੀ ਦਾ ਦਾਵਾ ਕਰੇ, ਉਹਨੂੰ ਕੋਲ ਬਹਾ ਕੇ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣ ਲਿਓ। ਜਿਹੜਾ ਤੇ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣਾ ਗਿਆ ਉਹ ਤੇ ਗੁਰੂ ਨਾਨਕ ਦਾ ਸਿੱਖ ਹੈ, ਨਹੀਂ ਤੇ ਫਿਰ ਚੋਲਾਂ ਦੇ ਫੱਕ ਦੀ ਨਿਆਈ ਹੈ, ਕੱਲਾ ਪਹਿਰਾਵਾ ਹੈ। ਕਹਿੰਦੇ ਉਹਨੇ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਤੇ ਖਾਲਸਾ ਜੀ ਦਰਿਆ ਤੋਂ ਪਾਰ ਹੋ ਗਿਆ। ਮੱਥੇ ਤੇ ਹੱਥ ਮਾਰ ਕੇ ਕਹਿੰਦਾ ਖੁਦ ਖੁਦਾ ਕੁਟਿਆ ਵਿੱਚ ਆਇਆ, ਜਿਨੇ ਤਾਕਤਾਂ ਦਿੱਤੀਆਂ, ਜਿਨੇ ਕਰਾਮਾਤਾਂ ਦਿੱਤੀਆਂ, ਮੈਂ ਉਸ ਖੁਦਾ ਨੂੰ ਕਰਾਮਾਤਾਂ ਤੋਂ ਪ੍ਰਭਾਵਿਤ ਕਰਨ ਲੱਗਾ ਸਾਂ। ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿਣ ਲੱਗੇ, ਫਕੀਰਾ ਫਕੀਰੀ ਤਾਂ ਹੀ ਲਾਭਦਾਇਕ ਹੁੰਦੀ ਹੈ ਜੇ ਫਕੀਰੀ ਦਾ ਵੀ ਹੰਕਾਰ ਨਾ ਹੋਵੇ। ਜੇ ਖਾਲਸਾ ਜੀ ਮਾਣ ਕਰ ਲਿਆ, ਮੈਂ ਬੇਨਤੀ ਕਰਾਂ ਭਾਈ ਮਰਦਾਨੇ ਨੂੰ ਸਿਜਦਾ ਤਾਂ ਹੁੰਦਾ ਹੈ, ਭਾਈ ਮਰਦਾਨੇ ਨੇ ਆਪਣੇ ਆਪ ਤੇ ਮਾਣ ਨਹੀਂ ਕੀਤਾ, ਉਹਨੇ ਗੁਰੂ ਨਾਨਕ ਤੇ ਮਾਣ ਕੀਤਾ। ਤੇ ਜਿਹੜਾ ਆਪਣੇ ਆਪ ਤੇ ਮਾਣ ਕਰਦਾ ਮਾਣ ਮਾਰ ਕੇ ਰੱਖ ਦਿੰਦਾ, ਜਿਹੜਾ ਗੁਰੂ ਨਾਨਕ ਸਾਹਿਬ ਤੇ ਮਾਣ ਕਰਦਾ ਗੁਰੂ ਨਾਨਕ ਸਾਹਿਬ ਤੇ ਕੀਤਾ ਮਾਣ ਭਵ ਸਾਗਰ ਤਾਰ ਕੇ ਰਖਾ ਦਿੰਦਾ। ਸੋ ਮਾਣ ਕਰੀਏ ਗੁਰੂ ਨਾਨਕ ਸਾਹਿਬ ਤੇ ਜਿਨ੍ਹਾਂ ਦੇ ਦਿਨ ਮਨਾ ਰਹੇ ਹਾਂ। ਸਮਾਂ ਸੀਮਤ ਹੈ, ਮੈਂ ਅਖੀਰ ਦੇ ਵਿੱਚ ਕੁਝ ਕੇ ਬੇਨਤੀਆਂ ਕਰਾਂ ਕਿ ਵੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਰਹਿਮਤਾਂ ਕੀਤੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਿਲੱਖਣਤਾ ਉਹ ਸੰਸਾਰ ਦੇ ਤਖਤੇ ਤੇ ਦਰਸਾਈ। ਭਾਈ ਲਹਿਣੇ ਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੀ, ਗੁਰਗੱਦੀ ਤੇ ਸੁਭਾਏਮਾਨ ਹੋਏ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਹੋ ਗਏ। ਪਰ ਖਾਲਸਾ ਜੀ ਧੰਨ ਬਾਬਾ ਸ਼੍ਰੀ ਚੰਦ ਸਾਹਿਬ, ਧੰਨ ਬਾਬਾ ਲਖਮੀ ਚੰਦ ਸਾਹਿਬ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦ ਉਹਨਾਂ ਵੱਲ ਵੇਖਿਆ, ਉਹਨਾਂ ਨੇ ਚਰਨਾਂ ਦੇ ਉੱਤੇ ਸਿਜਦਾ ਕੀਤਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ ਆਪਣੇ ਪੁੱਤਰਾਂ ਨੂੰ, ਸਾਹਿਬਜ਼ਾਦਿਆਂ ਨੂੰ, ਮੰਗੋ ਕੀ ਮੰਗਦੇ ਹੋ, ਜੋ ਮੰਗੋਗੇ ਤੁਹਾਡੀ ਝੋਲੀ ਵਿੱਚ ਪੈ ਜਾਵੇਗਾ। ਤੇ ਫਿਰ ਉਹਨਾਂ ਨੇ ਪਤਾ ਕੀ ਮੰਗਿਆ, ਕਹਿੰਦੇ ਹਮ ਸਦ ਹੀ ਤੁਮਰਾ ਦਰਸ਼ਨ ਚਾਹਿਓ। ਸਤਿਗੁਰੂ ਦੇ ਸਾਹਿਬਜ਼ਾਦੇ ਕਹਿਣ ਲੱਗੇ ਧੰਨ ਬਾਬਾ ਸ਼੍ਰੀ ਚੰਦ ਜੀ ਕਿ ਬਾਬਾ ਜੀ ਜੇ ਕਿਰਪਾ ਕੀਤੀ ਤੇ ਸਤਿਗੁਰੂ ਇੱਕ ਕਿਰਪਾ ਕਰਿਓ, ਤੁਹਾਡੀ ਇਹ ਅਲਾਹੀ ਪ੍ਰਤਾਪੀ ਮੂਰਤ ਕਦੇ ਵੀ ਸਾਡੇ ਨੇਤਰਾਂ ਤੋਂ ਦੂਰ ਨਾ ਹੋਵੇ, ਸਦਾ ਤੁਹਾਡੇ ਦੀਦਾਰੇ ਹੁੰਦੇ ਰਹਿਣ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਤੁਮ ਤੋਂ ਮੇਰੇ ਪੁੱਤਰ ਹੋ, ਜਾਣੈ ਸਗਲ ਜਹਾਨ, ਜੋ ਮੇਰਾ ਜਗ ਮੇਂ ਹੈ ਕੋਈ ਤੁਮ ਕੋ ਲੇਵੈ ਮਾਣ। ਜਿਹੜਾ ਮੇਰਾ ਸਿੱਖ ਹੋਵੇਗਾ ਤੁਹਾਡਾ ਅਦਬ ਸਤਿਕਾਰ ਕਰੂਗਾ ਤੇ ਕਰਦਾ ਹੀ ਰਹੂਗਾ। ਖਾਲਸਾ ਜੀ ਬਾਬੇ ਕੇ ਨੇ, ਬਾਬੇ ਕਿਆਂ ਨੂੰ ਜਿਹੜਾ ਨਹੀਂ ਭੁੱਲਦਾ ਗੁਰੂ ਨਾਨਕ ਸਾਹਿਬ ਉਹਨੂੰ ਵੀ ਨਹੀਂ ਭੁੱਲਦੇ। ਤੇ ਮੈਂ ਬੇਨਤੀ ਕਰਾਂ ਬਾਬੇ ਕਿਆਂ ਦਾ ਸਤਿਕਾਰ ਇਹ ਨਹੀਂ ਵੀ ਕੋਈ ਆਪਾਂ ਕਰਾਂਗੇ ਤੇ ਬੜਾ ਵੱਡਾ ਸਹਾਨ ਕਰ ਦੇਣਾ। ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਬਾਠ ਸਾਹਿਬ ਦੀ ਧਰਤੀ ਦਾ ਬੜਾ ਵੱਡਾ ਇਤਿਹਾਸ ਹੈ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ, ਉਹਨਾਂ ਦੇ ਨਾਲ ਭਾਈ ਕਮਲੀਆ ਜੀ ਔਰ ਬਾਬਾ ਸਰਬਜੋਤ ਸਿੰਘ ਜੀ ਬੇਦੀ, ਜਿਨ੍ਹਾਂ ਦੇ ਅੰਸ਼ ਬਾਬਾ ਧਰਮ ਚੰਦ ਜੀ, ਕਿਉਂਕਿ ਬਾਬਾ ਲਖਮੀ ਚੰਦ ਜੀ ਸ਼ਿਕਾਰ ਕਰ ਰਹੇ ਸਨ। ਸ਼ਿਕਾਰ ਕਰਨ ਲੱਗੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਹੱਸ ਕੇ ਕਿਹਾ ਵੀਰਾ ਲੇਖਾ ਦੇਣਾ ਪਵੇਗਾ। ਤੇ ਬਾਬਾ ਲਖਮੀ ਚੰਦ ਜੀ ਦੇ ਹਿਰਦੇ 'ਚ ਵੈਰਾਗ ਜਾਗਿਆ, ਪਰਿਵਾਰ ਸਮੇਤ ਹੀ ਸੱਚਖੰਡ ਲੇਖਾ ਦੇਣ ਲਈ ਚੱਲੇ। ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਅਸੀਂ ਉਪਰਾਮ ਚਿੱਤ ਹੋ ਗਏ ਹਾਂ ਤੇ ਸੰਸਾਰ ਦੇ ਤਖਤੇ ਤੇ ਗੁਰੂ ਨਾਨਕ ਦੀ ਅੰਸ਼-ਵੰਸ਼ ਮਟਾਉਣ ਵਾਲਾ ਕੋਈ ਜੰਮਿਆ ਨਹੀਂ, ਗੁਰੂ ਨਾਨਕ ਦੀ ਅੰਸ਼-ਵੰਸ਼ ਕਾਇਮ ਰਹੇਗੀ। ਤੇ ਉਸ ਵਕਤ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਭਤੀਜੇ ਬਾਬਾ ਧਰਮ ਚੰਦ ਜੀ ਨੂੰ ਰੱਖਿਆ। ਕਹਿੰਦੇ ਉਸ ਇੰਨਾ ਪਿਆਰ ਲੜਾਇਆ ਬਾਬਾ ਧਰਮ ਚੰਦ ਜੀ ਨੂੰ, ਆਪ ਬਾਬਾ ਸ਼੍ਰੀ ਚੰਦ ਜੀ ਨੇ ਗੋਦ ਦੇ ਵਿੱਚ ਖਡਾਉਣਾ
ਤੇ ਬਾਬਾ ਧਰਮ ਚੰਦ ਜੀ ਨਾਲ ਬਾੜ ਸਾਹਿਬ ਦੀ ਧਰਤੀ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਉਸ ਸਥਾਨ ਦਾ ਪ੍ਰਬੰਧ ਹੈ। ਬਾਬਾ ਸ਼੍ਰੀ ਚੰਦ ਜੀ, ਬਾਬਾ ਧਰਮ ਚੰਦ ਜੀ, ਭਾਈ ਕਮਲੀਆ ਜੀ ਉਸ ਸਥਾਨ ਤੇ ਪਹੁੰਚੇ ਤੇ ਕਹਿੰਦੇ ਜਦੋਂ ਪਹੁੰਚੇ ਉਸ ਸਥਾਨ ਤੇ ਉੱਥੇ ਇੱਕ ਫਕੀਰ ਸੀ, ਪੀਰ ਸੀ, ਬੜੀਆਂ ਤਾਕਤਾਂ ਵਾਲਾ ਸੀ। ਉਹਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇ ਪੁੱਤਰ ਨੇ, ਗੁਰੂ ਨਾਨਕ ਦੇ ਸਾਹਿਬਜ਼ਾਦੇ ਨੇ, ਜੇ ਅੱਜ ਇਹ ਇਸ ਧਰਤੀ ਤੇ ਆ ਕੇ ਇਹਨਾਂ ਟਿਕਾਣਾ ਲਾ ਲਿਆ, ਮੇਰਾ ਪ੍ਰਤਾਪ ਘਟ ਜਾਣਾ, ਇਹਨਾਂ ਦਾ ਪ੍ਰਤਾਪ ਤੇ ਵਧਿਆ ਹੈ, ਸੰਗਤ ਇਹਨਾਂ ਵੱਲ ਹੋ ਜਾਵੇਗੀ, ਮੈਨੂੰ ਕਿਸੇ ਨੇ ਪੁੱਛਣਾ ਨਹੀਂ। ਕਹਿੰਦੇ ਉਹਨੇ ਕੀ ਕੀਤਾ, ਆਪਣੇ ਸੇਵਕ ਨੂੰ ਇੱਕ ਅੰਬ ਦਾ ਪ੍ਰਸ਼ਾਦ ਦਿੱਤਾ, ਵਸਤਰ ਦਿੱਤੇ ਤੇ ਜਾ ਕੇ ਕਹਿਣ ਲੱਗਾ, ਕਹਿੰਦੇ ਜਾ ਕੇ ਗੁਰੂ ਨਾਨਕ ਦੇ ਪੁੱਤਰ ਨੂੰ ਨਮਸਕਾਰ ਕਰਕੇ ਕਹਿ ਵੀ ਇਹ ਤੁਹਾਡਾ ਟਿਕਾਣਾ ਨਹੀਂ, ਇੱਥੇ ਮੈਂ ਰਹਿਣਾ। ਉਹਦੇ ਕਹਿਣ ਦਾ ਭਾਵ ਸੀ ਤੁਸੀਂ ਅਗਾਂਹ ਜਾ ਕੇ ਡੇਰਾ ਲਾਓ, ਇੱਥੇ ਮੇਰਾ ਡੇਰਾ ਪਹਿਲਾਂ ਹੀ ਮੌਜੂਦ ਹੈ। ਕਹਿੰਦੇ ਸੇਵਾਦਾਰ ਆਪਦੇ ਮੁਰਸ਼ਦ ਦਾ ਹੁਕਮ ਮੰਨਦਾ ਹੋਇਆ ਅੰਬ ਦਾ ਪ੍ਰਸ਼ਾਦ ਵਸਤਰ ਲੈ ਕੇ ਬਾਬਾ ਸ਼੍ਰੀ ਚੰਦ ਜੀ ਕੋਲ ਗਿਆ ਤੇ ਬਾਬਾ ਸ਼੍ਰੀ ਚੰਦ ਕਹਿੰਦੇ, ਸੱਜਣਾ ਅੰਬ ਤੇ ਤੂੰ ਇੱਕ ਲਿਆਇਆ, ਆ ਵੇਖ ਭਾਈ ਕਮਲੀਆ ਵੀ ਹੈ, ਮੇਰਾ ਭਤੀਜਾ ਬਾਬਾ ਧਰਮ ਚੰਦ ਇਹ ਵੀ ਮੇਰੇ ਨਾਲ ਹੈ, ਜਾ ਕੇ ਆਪਣੇ ਗੁਰੂ ਨੂੰ ਕਹਿ ਕੇ 2 ਹੋਰ ਦੇ, ਅਸੀਂ 3 ਜਾਣੇ ਆ, ਮੈਂ ਇਕੱਲਾ ਨਹੀਂ। ਉਹ ਸੇਵਕ ਵਾਪਸ ਆਇਆ, ਆ ਕੇ ਕਹਿਣ ਲੱਗਾ ਵੀ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ 2 ਪ੍ਰਸ਼ਾਦ ਹੋਰ ਦੇ ਅੰਬ ਦੇ। ਉਹ ਹੰਕਾਰ 'ਚ ਕਹਿਣ ਲੱਗਾ ਵੀ ਜੇ ਏਡਾ ਹੀ ਗੁਰੂ ਨਾਨਕ ਦਾ ਪੁੱਤਰ ਹੈ, ਬਗੀਚਾ ਆਪ ਦਾ ਹੀ ਲਾ ਲੇ ਅੰਬਾਂ ਦਾ। ਤੇ ਕਹਿੰਦੇ ਫਿਰ ਉਹਨੇ ਤੇ ਉਦਾਂ ਹੀ ਆ ਕੇ ਦੱਸਣਾ ਸੀ। ਆਇਆ ਬਾਬਾ ਸ਼੍ਰੀ ਚੰਦ ਕੋਲ ਤੇ ਆ ਕੇ ਕਹਿਣ ਲੱਗਾ ਜੀ ਉਹਨਾਂ ਤੇ ਇਸ ਤਰ੍ਹਾਂ ਕਿਹਾ। ਕਹਿੰਦੇ ਗੱਲ ਹੀ ਕੋਈ ਨਹੀਂ, ਗੁਰੂ ਨਾਨਕ ਸਾਹਿਬ ਦੀ ਤਾਕਤ ਵਰਤਦੀ ਹੈ। ਗੁਰੂ ਨਾਨਕ ਨੇ ਰੀਠਿਆਂ ਵੱਲ ਨਜ਼ਰ ਕੀਤੀ, ਉਹ ਮਿੱਠੇ ਹੋ ਜਾਂਦੇ ਨੇ। ਗੁਰੂ ਨਾਨਕ ਕੋਡੇ ਰਾਕਸ਼ ਵੱਲ ਨਜ਼ਰ ਕਰ ਦਵੇ ਤੇ ਉਹ ਦੇਵਤਾ ਬਣ ਜਾਂਦਾ ਹੈ। ਠੱਗ ਵੱਲ ਨਜ਼ਰ ਕਰ ਦਵੇ, ਉਹ ਸੱਜਣ ਹੋ ਜਾਂਦਾ ਹੈ। ਸੱਜਣਾ ਮੂਲ ਮੰਤਰ ਪੜ੍ਹ ਕੇ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੇ ਅੰਬ ਨਿਚੋੜਿਆ, ਮੂਲ ਮੰਤਰ ਪੜ੍ਹ ਕੇ ਖਾਲਸਾ ਜੀ ਛਿੱਟਾ ਦਿੱਤਾ। ਜਿੱਥੇ ਜਿੱਥੇ ਛਿੱਟਾ ਦਿੱਤਾ ਉੱਥੇ ਉੱਥੇ ਅੱਜ ਵੀ ਅੰਬਾਂ ਦਾ ਬਾਗ ਲੱਗਾ ਹੋਇਆ। ਇਹ ਤਾਕਤ ਵਰਤਾਈ ਉਹਨੇ। ਫਿਰ ਬੜੀ ਮਾਫੀ ਮੰਗੀ ਤੇ ਮੈਂ ਬੇਨਤੀ ਤਾਂ ਕੀਤੀ ਵੀ ਉਸ ਸਥਾਨ ਦੇ ਉੱਤੇ ਧੰਨ ਗੁਰੂ ਅੰਗਦ ਸਾਹਿਬ ਜੀ ਖੁਦ ਬਾਬਾ ਸ਼੍ਰੀ ਚੰਦ ਜੀ ਨਾਲ ਮੁਲਾਕਾਤ ਕਰਨ ਗਏ। ਧੰਨ ਗੁਰੂ ਅਮਰਦਾਸ ਜੀ ਗਏ ਤੇ 18 ਦਿਨ ਉਸ ਜਗ੍ਹਾ ਦੇ ਉੱਤੇ ਰਹੇ। ਤੇ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਚਨ ਕੀਤਾ। ਸਤਿਗੁਰੂ ਦੇ ਸਾਹਿਬਜ਼ਾਦੇ ਨਾਲ ਸਨ। ਬਾਬਾ ਸ਼੍ਰੀ ਚੰਦ ਕਹਿਣ ਲੱਗੇ ਇਹਨਾਂ ਵਿੱਚੋਂ ਸਾਡਾ ਕਿਹੜਾ। ਇਹ ਪ੍ਰਥਾ ਚੱਲਦੀ ਰਹੀ ਸ਼ੁਰੂ ਤੋਂ ਕਿ ਗੁਰੂ ਘਰ ਦੇ ਵਿੱਚੋਂ ਮਾਇਆ ਦਾ ਦਸਵੰਧ ਵੀ ਔਰ ਖਾਲਸਾ ਜੀ ਉਦਾਸੀਨ ਸੰਪਰਦਾਇ ਦੇ ਵਿੱਚ ਸ਼ਾਗਿਰਦ ਭੇਜਦੇ ਰਹੇ ਖਾਲਸਾ ਪੰਥ ਦੇ ਵਿੱਚੋਂ। ਤੇ ਕਹਿੰਦੇ ਉਸ ਵਕਤ ਗੁਰੂ ਅਮਰਦਾਸ ਜੀ ਨੇ ਵੱਡੇ ਸਪੁੱਤਰ ਪੁੱਤਰ ਮੋਹਨ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਸਪੁਰਦ ਕੀਤਾ। ਉਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਉਹ ਵੀ ਬਾੜ ਸਾਹਿਬ ਦੀ ਧਰਤੀ ਤੇ ਮੁਬਾਰਕ ਚਰਨ ਪਾਉਂਦੇ ਨੇ। ਬਾਬਾ ਜੀ ਦੇ ਦਰਸ਼ਨ ਕਰਦੇ ਤੇ ਸਭ ਤੋਂ ਵੱਡਾ ਬਾ ਕਮਾਲ ਬਚਨ ਵੀ ਬਾਬੇ ਕਿਆਂ ਦਾ ਸਤਿਕਾਰ ਕਿਸ ਹੱਦ ਤੱਕ ਹੋਵੇ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਗਏ ਅੱਜ ਬਾੜ ਸਾਹਿਬ ਦੀ ਧਰਤੀ ਤੇ, ਬਾਬਾ ਸ਼੍ਰੀ ਚੰਦ ਜੀ ਸਮਾਧੀ ਵਿੱਚ ਲੀਨ ਸਨ। ਉੱਥੋਂ ਦਾ ਇਤਿਹਾਸ ਹੈ ਬਾਬਾ ਸ਼੍ਰੀ ਚੰਦ ਜੀ ਸਮਾਧੀ ਵਿੱਚ ਲੀਨ ਸਨ। ਸਤਿਗੁਰਾਂ ਨੇ ਜਾ ਕੇ ਉਠਾਇਆ ਨਹੀਂ, ਸਤਿਗੁਰਾਂ ਨੇ ਉਠਾਇਆ ਨਹੀਂ। ਸਤਿਗੁਰੂ ਸਮਾਧੀ ਖੋਲਣ ਦਾ ਇੰਤਜ਼ਾਰ ਕਰਦੇ ਨੇ। ਹੁਣ ਆਪਾਂ ਕਿਸੇ ਨੂੰ ਮਿਲਣ ਜਾਈਏ ਕਿੰਨਾ ਕੁ ਇੰਤਜ਼ਾਰ ਕਰਾਂਗੇ, ਕਿੰਨੇ ਕੁ ਘੰਟੇ ਉਡੀਕਾਂਗੇ, ਵੱਧ ਤੋਂ ਵੱਧ 1 ਦਿਨ 2 ਦਿਨ ਉਡੀਕਾਂਗੇ। ਉਸ ਅਸਥਾਨ ਦਾ ਇਤਿਹਾਸ ਹੈ। ਕਹਿੰਦੇ ਸਤਿਗੁਰੂ ਨੇ ਥੰਮ ਦਾ ਆਸਰਾ ਲੈ ਕਰਕੇ ਉੱਥੇ ਥੰਮ ਸਾਹਿਬ ਬਣਿਆ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁੱਲਣ ਦਾ 5 ਮਹੀਨੇ 27 ਦਿਨ ਉੱਥੇ ਖੜ ਕੇ ਇੰਤਜ਼ਾਰ ਕੀਤਾ। ਇਹ ਬਖਸ਼ਿਸ਼, ਇਹ ਰਹਿਮਤ ਸਤਿਗੁਰਾਂ ਨੇ ਸਾਡੇ ਲਈ ਕੀਤੀ। ਇਹ ਦੱਸਣ ਲਈ ਵੀ ਕਦੇ ਵੀ ਮਨ ਦੇ ਵਿੱਚ ਸ਼ੰਕਾ ਨਹੀਂ ਲਿਆਉਣਾ। ਗੁਰੂ ਕੇ ਪੁੱਤਰਾਂ ਦਾ, ਸਾਹਿਬਜ਼ਾਦਿਆਂ ਦਾ, ਗੁਰੂ ਕੀ ਅੰਸ਼ ਵੰਸ਼ ਦਾ ਸਤਿਕਾਰ ਗੁਰੂ ਖਾਲਸਾ ਪੰਥ ਸ਼ੁਰੂ ਤੋਂ ਹੀ ਕਰਦਾ ਆ। ਤੇ ਜਿਨ੍ਹਾਂ ਪ੍ਰਥਾਏ ਰਹਿਤਨਾਮਿਆਂ ਦੇ ਵਿੱਚ ਲਿਖਿਆ ਆ ਉਹਨਾਂ ਬਾਰੇ ਸਮੁੱਚੇ ਖਾਲਸਾ ਪੰਥ ਨੂੰ ਸਪਸ਼ਟ ਹੈ। ਪਰ ਖਾਲਸਾ ਜੀ ਮੇਰੀ ਬੇਨਤੀ ਹੈ ਵੀ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਨਾਲ ਜੁੜ ਕੇ ਵੇਖੀਏ। ਉਹ ਵਡਿਆਈ, ਉਹ ਦਾਤ ਝੋਲੀ ਵਿੱਚ ਪੈਂਦੀ ਹੈ ਜਿਹੜੀ ਬੰਦੇ ਨੇ ਕਦੇ ਸੋਚੀ ਵੀ ਨਹੀਂ ਹੁੰਦੀ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ
ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਜਿਹੜਾ ਵਾਹਿਗੁਰੂ ਗੁਰਮੰਤਰ ਬਖਸ਼ਿਆ, ਇਹ ਵਾਹਿਗੁਰੂ ਇੱਕ ਵਾਰ ਨਾ ਜ਼ਬਾਨ ਤੇ ਟਿਕਾ ਕੇ ਵੇਖੀ। ਨਿਤ ਅਰਦਾਸਾਂ ਕਰਦਾ ਕਿ ਦਾਤ ਮਿਲ ਜਾਵੇ। ਕਹਿੰਦੇ ਵਾਹਿਗੁਰੂ ਗੁਰਮੰਤਰ ਟਿਕਾ ਕੇ ਵੇਖੀ, ਆਹਤ ਹਰਨ ਜਮ ਤਰਾਸ ਨਿਵਾਰਨ, ਨਾਮ ਲੇਤ ਭਵ ਸਿੰਧ ਤਰੇ। ਕਹਿੰਦੇ ਜਿਹੜਾ ਵਾਹਿਗੁਰੂ ਗੁਰਮੰਤਰ ਰਸਨਾ ਤੇ ਟਿਕਾ ਲੈਂਦਾ, ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ, ਬਿਨਾ ਮੰਗਿਆਂ ਹੀ ਝੋਲੀ ਵਿੱਚ ਸਾਰਾ ਕੁਝ ਪੈ ਜਾਂਦਾ। ਸੋ ਸਤਿਗੁਰੂ ਕਿਰਪਾ ਕਰਨ। ਇਤਨੀ ਬੇਨਤੀ ਆਪ ਸਭ ਸੰਗਤ ਨੇ ਪ੍ਰਵਾਨ ਕਰਨੀ। ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਜੀ ਦੇ ਘਰ ਦੇ ਹਜੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਜੀ, ਉਹ ਵੀ ਆਪ ਸਭ ਸੰਗਤ ਵਿੱਚ ਪਹੁੰਚ ਚੁੱਕੇ ਨੇ। ਔਰ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਸ਼ ਬਾਬਾ ਸਰਬਜੋਤ ਸਿੰਘ ਜੀ ਬੇਦੀ ਮਹਾਂਪੁਰਸ਼ਾਂ ਦਾ ਧੰਨਵਾਦ, ਜੋ ਐਸਾ ਉਪਰਾਲਾ ਕਰਕੇ ਆਪ ਸਭ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੋੜਦੇ ਨੇ। ਕਿਉਂਕਿ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਵੀ ਬਹੁਤ ਵੱਡਾ ਸੰਘਰਸ਼ ਕਰਕੇ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਪੰਥ ਨੂੰ ਗੁਰੂ ਦੇ ਨਾਲ ਜੋੜਿਆ, ਅੰਮ੍ਰਿਤ ਸੰਚਾਰ ਕੀਤੇ, ਗੁਰੂ ਕੀ ਬਾਣੀ ਦਾ ਪ੍ਰਚਾਰ ਕੀਤਾ, ਗੁਰੂ ਕੇ ਬਾਣੇ ਦਾ ਪ੍ਰਚਾਰ ਕੀਤਾ, ਜਦੋਂ ਸਿੰਘਾਂ ਦਾ ਪੱਤਾ ਪੱਤਾ ਵੈਰੀ ਹੁੰਦਾ ਸੀ। ਹੁਣ ਤੇ ਸਰੋਪੇ ਪੈਣੇ ਨੇ ਨਾ, ਤੇ ਆਉਣ ਦੀ ਭੇਟਾ ਵੀ ਮਿਲਦੀ ਹੈ, ਤੇ ਪ੍ਰਚਾਰ ਕਰਨਾ ਬੜਾ ਸੌਖਾ ਹੈ। ਪਰ ਜਿਸ ਵਕਤ ਉਹਨਾਂ ਨੇ ਪ੍ਰਚਾਰ ਕੀਤਾ, ਉਦੋਂ ਸਰੋਪੇ ਨਹੀਂ ਸੀ ਪੈਂਦੇ, ਉਦੋਂ ਸੀਸ ਧੜ ਤੋਂ ਜੁਦਾ ਹੁੰਦੇ ਸੀ। ਤੇ ਉਹਨਾਂ ਦਿਨਾਂ 'ਚ ਉਹਨਾਂ ਨੇ ਪ੍ਰਚਾਰ ਕੀਤਾ, ਉਹਨਾਂ ਮਹਾਂਪੁਰਸ਼ਾਂ ਨੂੰ ਸਦਾ ਹੀ ਸਿਜਦਾ। ਸਤਿਗੁਰੂ ਕਿਰਪਾ ਕਰਨ। ਔਰ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਪਰਸੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਮੰਜੀ ਸਾਹਿਬ ਸਵੇਰੇ ਹੁਕਮਨਾਮੇ ਦੀ ਹਾਜ਼ਰੀ ਭਰਵਾਉਣੀ ਹੈ, ਅਸੀਸ ਬਖਸ਼ਣੀ ਔਰ ਸਰਵਣ ਕਰਨੀ। ਇੱਥੇ ਖਿਮਾ ਦੇ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।